हालेलुया 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 जय मसीह दी जय यीशु दी हर शहर यीशु दी खुदावंद दे नाम जलाल करो। ਅਸੀਂ ਬੜੇ ਖੁਸ਼ ਹਾਂ ਕਿ ਤੁਹਾਡੇ ਦਰਮਿਆਨ ਆਏ ਹਾਂ। ਮੈਂ ਪੰਜਾਬੀ ਚ ਸੁਣਾਵਾਂ ਠੀਕ ਹੈ ਤਾਂ ਕਿ ਸਾਰਿਆਂ ਲਈ ਜਿਹੜੇ ਬਹੁਤੇ ਸਾਡੇ ਲੋਕ ਇੱਥੇ ਬੈਠੇ ਆ ਉਹ ਪੰਜਾਬੀ ਬੋਲਣ ਵਾਲੇ ਤੇ ਮੈਂ ਖੁਦ ਮੇਰੀ ਅੰਮੀ ਪੰਜਾਬੀ ਤਾਂ ਮੇਰੇ ਡੈਡੀ ਜਿਹੜੇ ਨੇ ਪਠਾਨ ਫੈਮਿਲੀ ਚ ਮੈਂ ਅੱਧਾ ਪੰਜਾਬੀ ਬਲਕਿ ਬਹੁਤਾ ਮੈਂ ਪੰਜਾਬੀ ਤੇ ਖੁਦਾ ਦਾ ਬੜਾ ਸ਼ੁਕਰ ਹੈ ਖੁਦਾ ਦੀ ਬੜੀ ਤਾਰੀਫ ਥੋੜਾ ਦਿਖਾ ਦੋ ਮੈਂ ਹਾਲੇਲੂਇਆ ਹਾਲੇਲੂਇਆ ਹਾਂ ਜੀ मरकज की इंजील देखा कि मरकज की पुस्तक और चैप्टर 1 और 21वीं आयत तो देखेंगे। पुराने कपड़े नू नहीं मरकज चैप्टर 1 पहला अध्याय 21 आयत तो 21 तो लेके 28 तक पहला ਤਾਂ ਉਹ ਕਫਰਨਹੂਮ ਵਿੱਚ ਵੜੇ ਔਰ ਸਬਤ ਦੇ ਦਿਨ ਉਹ ਝੱਟ ਸਮਾਜ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ हालेलुया ਅਤੇ ਉਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ ਕਿਉਂ ਜੋ ਉਹ ਗ੍ਰੰਥੀਆਂ ਵਾਂਗੂ ਨਹੀਂ ਪਰ ਇਖਤਿਆਰ ਵਾਲਿਆਂ ਵਾਂਗੂ ਉਹਨਾਂ ਨੂੰ ਉਪਦੇਸ਼ ਦਿੰਦਾ ਸੀ। लिखा है कि यीशु ग्रंथियां वांगू नहीं बल्कि इख्तियार वालियां वांगू जिन्हां दे कोल अधिकार सीगा ਉਹਨਾਂ ਵਾਂਗਰ ਯਿਸੂ ਉਹਨਾਂ ਨੂੰ ਉਪਦੇਸ਼ ਦਿੰਦਾ ਸੀ ਤਾਲੀਮ ਦਿੰਦਾ ਸੀ। ਹਾਲੇਲੂਇਆ ਜਿੰਨੇ ਵੀ ਨਬੀ ਆਏ ਮਸੀਹ ਤੋਂ ਪਹਿਲੇ ਉਹ ਜਦੋਂ ਪ੍ਰੀਚਿੰਗ ਕਰਦੇ ਸੀ ਤੇ ਉਹ ਕਹਿੰਦੇ ਸੀ thus says the Lord ਖੁਦਾਵੰਦ ਫਰਮਾਤਾ ਹੈ ਖੁਦਾ ਇਹ ਕਹਿੰਦਾ ਹੈ। ਲੇਕਿਨ ਯਿਸੂ ਮਸੀਹ ਜਦੋਂ ਆਏ ਨੇ ਉਹਨਾਂ ਨੇ ਇੱਕ ਵੀ ਗੱਲ ਚ ਐ ਨਹੀਂ ਸੀ ਕਹਿੰਦੇ ਕਿ ਖੁਦਾ ਇਹ ਕਹਿੰਦਾ ਕਿਉਂਕਿ ਖੁਦਾ ਖੁਦ ਸਾਡੇ ਦਰਮਿਆਨ ਸੀ। ਹਾਲੇਲੂਇਆ ਖੁਦਾ ਇਹ ਨਹੀਂ ਕਹਿ ਸਕਦੇ ਖੁਦਾ ਇਹ ਕਹਿੰਦਾ यीशु कहते हैं कि मैं तुमसे कहता हूं ऐसे कहते ना कलाम से लिखा है कि तुमने पहलों से सुना था अगलों से ये सुना था और अब मैं तुमसे कहता हूं। हालेलुया सो यीशु दा पैगाम जेड़ा है वो इख्तियार वाला है अधिकार वाला है ते आज ਅਸੀਂ ਜਿਹੜਾ ਨਾ ਇਹਦੇ ਬਾਰੇ ਥੋੜਾ ਸਿੱਖਾਂਗੇ ਕਿ ਸਾਡੇ ਕੋਲ ਅਧਿਕਾਰ ਕੀ ਹੈ ਸਾਡੇ ਕੋਲ ਜਿਹੜੀ ਸ਼ਕਤੀ ਕਿਹੜੀ ਹੈ ਪਾਵਰ ਕਿਹੜੀ ਠੀਕ ਹੈ ਤੇ ਨਾਲੇ ਇਹ ਵੀ ਸਿੱਖਾਂਗੇ ਕਿ ਸਾਡੇ ਖਿਲਾਫ ਕਿਹੜੀਆਂ ਸ਼ਕਤੀਆਂ ਖੜੀਆਂ ਸਾਡੇ ਜਿਹੜੇ ਨਾ ਸਾਡੇ ਅਗੇਂਸਟ ਕੌਣ ਖੜੇ ਨੇ ਜਿਹੜਾ ਸਾਡੇ ਖਿਲਾਫ ਜਿਹੜਾ ਉਹ ਕੰਮ ਕਰਦੇ ਆ ਬਹੁਤ ਜ਼ਿਆਦਾ ਔਰ ਇਬਲੀਸੀ ਕੁਵਤਾਂ ਨੂੰ ਅਸੀਂ ਸਾਡਾ ਉਹਨਾਂ ਦੇ ਕੀ ਇਖਤਿਆਰ ਹੈ ਸਾਡਾ ਉਹਨਾਂ ਦੇ ਕੀ ਅਧਿਕਾਰ ਹੈ ਤੇ ਉਹ ਕਿਸ ਤਰ੍ਹਾਂ ਕੰਮ ਕਰਦੀਆਂ ਨੇ ਇਹ ਵੀ ਦੇਖਾਂਗੇ। ਤੇ ਫਿਰ ਕੀ ਲਿਖਿਆ ਅੱਗੇ ਲਿਖਿਆ 23rd ਵਰਸ ਤੋਂ ਆਨਵਰਡ ਪੜੋ। ਅਤੇ ਉਸ ਵੇਲੇ ਉਹਨਾਂ ਦੀ ਸਮਾਜ ਵਿੱਚ ਇੱਕ ਮਨੁੱਖ ਸੀ ਜਿਹਨੂੰ ਭ੍ਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ ਅਤੇ ਇਉਂ ਕਹਿ ਕੇ ਉੱਚੀ ਆਵਾਜ਼ ਨਾਲ ਬੋਲ ਉੱਠਿਆ हे ਯਿਸੂ ਨਾਸਰੀ ਤੇਰਾ ਸਾਡੇ ਨਾਲ ਕੀ ਵਾਸਤਾ ਕੀ ਤੂੰ ਸਾਡਾ ਨਾਸ ਕਰਨ ਆਇਆ ਹੈ ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈ ਤੂੰ ਪਰਮੇਸ਼ਵਰ ਦਾ ਪਵਿੱਤਰ ਪੁਰਖ ਹੈ। ਆਮੀਨ ਤੂੰ ਪਰਮੇਸ਼ਵਰ ਦਾ ਪਵਿੱਤਰ ਪੁਰਖ ਹੈ ਤੂੰ ਪੁੱਤਰ ਹੈ ਖੁਦਾ ਦਾ। ਅੱਛਾ ਇੱਥੇ ਹੁਣ ਤੁਸੀਂ ਨੋਟ ਕਰੋ ਕਿ ਪਹਿਲੀ ਗੱਲ ਇਹ ਕਿ ਇਹ ਬੰਦਾ ਜਿਹੜਾ ਇੱਥੇ ਬੈਠਾ ਹੈ ਉਹ ਉਹਨਾਂ ਦੀ ਜਿਹੜਾ ਚਰਚ ਸੀਗਾ ਜਾਂ ਉਹਨਾਂ ਦਾ ਜਿਹੜਾ ਸਿਨੇਗੋਗ ਸੀ ਜਿਹੜਾ ਉਹਨਾਂ ਦੀ ਇਬਾਦਤ ਦਾ ਘਰ ਸੀ ਉੱਥੇ ਉਹ ਰੈਗੂਲਰ ਆਉਂਦਾ ਸੀ ਠੀਕ ਹੈ ਨਾ ਉੱਥੇ ਉਹ ਨਾਰਮਲੀ ਆਉਂਦਾ ਸੀ ਇਹ ਨਹੀਂ ਕਿ ਪਹਿਲੀ ਦਫਾ ਕੋਈ ਉੱਥੇ ਬੰਦਾ ਵੜਿਆ ਸੀ ਉਹ ਉਹਨਾਂ ਦਾ ਮੈਂਬਰ ਸੀਗਾ। ਲੇਕਿਨ ਕੀ ਸੀ ਕਿ ਦੁਸ਼ਟ ਆਤਮਾ ਜਿਹੜੀ ਸੀ ਉਹ ਉਹਨੂੰ ਚੰਬੜੀ ਸੀ ਇੰਜ ਲਿਖਿਆ ਬਾਈਬਲ ਚ ਇੰਗਲਿਸ਼ ਦੇ ਵਿੱਚ ਲਿਖਿਆ ਕਿ ਹੀ ਵਾਸ ਪੋਸੈਸਡ ਲੇਕਿਨ ਉਹ ਟ੍ਰਾਂਸਲੇਸ਼ਨ ਜਿਹੜੀ ਹੈ ਉਹ ਥੋੜੀ ਵੀਕ ਹੈ ਕਿਉਂਕਿ ਹੋਣਾ ਚਾਹੀਦਾ ਕਿ ਹੀ ਵਾਸ ਡਿਮੋਨਾਈਜ਼ਡ ਯਾਨੀ ਕਿ ਉਹ ਭ੍ਰਿਸ਼ਟ ਆਤਮਾ ਜਿਹੜੀ ਹੈ ਦੁਸ਼ਟ ਆਤਮਾ ਨਾਲ ਸਤਾਇਆ ਜਾਂਦਾ ਸੀ ਉਹਦੇ ਖਿਲਾਫ ਉਹ ਖੜੀ ਸੀ। ਲੇਕਿਨ ਤੁਸੀਂ ਲੈਂਗੁਏਜ ਇੱਥੇ ਤੱਕ ਦੇਖੋ ਉਹਨਾਂ ਦੀ ਕੀ ਕਹਿੰਦਾ ਕਿ ਇਹ ਯਿਸੂ ਨਾਸਰੀ 24 ਆਇਤ ਚ ਕੀ ਲਿਖਿਆ ਕਿ ਉਹਦੇ ਵਿੱਚ ਦੁਸ਼ਟ ਆਤਮਾ ਜਿਹੜੀ ਉਹ ਬੋਲ ਪਈ ਔਰ ਬੋਲੀ ਕੀ ਹੈ ਇਹ ਯਿਸੂ ਨਾਸਰੀ ਅੱਗੇ ਕੀ ਲਿਖਿਆ ਤੇਰਾ ਸਾਡੇ ਨਾਲ ਕੀ ਵਾਸਤਾ ਤੇਰਾ ਕਿਹਦੇ ਨਾਲ ਸਾਡੇ ਨਾਲ ਤੇ ਉਹ ਆਪਣੇ ਆਪ ਨੂੰ ਕਈ ਲੋਕ ਤੁਹਾਨੂੰ ਪਤਾ ਕਿ ਬੜੇ ਪ੍ਰਾਊਡ ਨਾਲ ਕਹਿੰਦੇ ਨੇ ਹਮ ਇਧਰ ਜਾ ਰਹੇ ਹਮ ਉਧਰ ਬੰਦਾ ਇੱਕ ਹੀ ਹੁੰਦਾ ਬਾਦਸ਼ਾਹ ਜਿਹੜੇ ਹੁੰਦੇ ਨੇ ਲੇਕਿਨ ਇੱਥੇ ਉਹ ਕੰਮ ਨਹੀਂ ਹੈਗਾ। ਇੱਥੇ ਕੀ ਕਹਿੰਦੇ ਤੇਰਾ ਸਾਡੇ ਨਾਲ ਕੀ ਵਾਸਤਾ ਇਹਦਾ ਮਤਲਬ ਹੈ ਕਿੰਨੇ ਬੰਦੇ ਹੋਣਗੇ ਉੱਥੇ ਇੱਕ ਤੋਂ ਬਹੁਤੇ ਹੀ ਨੇ ਪੂਰਾ ਗਰੁੱਪ ਸੀਗਾ। ਫਿਰ ਅੱਗੇ ਕੀ ਲਿਖਿਆ ਤੂੰ ਸਾਨੂੰ ਕੀ ਕਰਨਾ ਹੈ ਨਾਸ਼ ਕਰਨਾ ਹੈ। ਫਿਰ ਅੱਗੇ ਜਾ ਕਹਿੰਦੇ ਕਿ ਮੈਂ ਤੈਨੂੰ ਜਾਣਨਾ ਯਾਨੀ ਕਿ ਫਿਰ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਤੈਨੂੰ ਜਾਣਨਾ ਦੈਟ ਮੀਨਸ ਕਿ ਉਹ ਉਸ ਗਰੁੱਪ ਦਾ ਜਾਂ ਲੀਡਰ ਹੈ ਜਾਂ ਫਿਰ ਉਹ ਐਸੀ ਕੋਈ ਡੀਮਨ ਹੈ ਜਿਹਨੂੰ ਬਹੁਤ ਜ਼ਿਆਦਾ ਪ੍ਰਭੂ ਦੀ ਹਜ਼ੂਰੀ ਤੋਂ ਤੰਗੀ ਹੋ ਗਈ ਠੀਕ ਹੈ ਨਾ ਸ਼ੈਤਾਨ ਜਿਹੜਾ ਐਕਸਪੋਜ਼ ਹੋ ਗਿਆ ਔਰ ਉਹ ਕੀ ਹੈ ਕਿ
ਉਹ ਐਕਸਪੋਜ਼ ਹੋਇਆ ਤੇ ਨਾਲ ਹੀ ਬੋਲਣ ਲੱਗ ਪਿਆ, ਔਰ ਨਾਲ ਉਹ ਕਹਿ ਵੀ ਰਿਹਾ, ਉਹ ਮੰਨ ਵੀ ਰਿਹਾ ਕਿ ਯਿਸੂ ਖੁਦਾ ਦਾ ਪੁਰਖ ਹੈ, ਪੁਰਖ ਮਨੁੱਖ ਹੈਗਾ, ਉਹ ਖੁਦਾ ਦਾ ਪੁੱਤਰ ਹੈਗਾ, ਕਿਉਂਕਿ ਬਾਈਬਲ ਕਹਿੰਦੀ ਹੈ ਕਿ ਯਿਸੂ ਮਸੀਹ ਦੇ ਅੱਗੇ ਹਰ ਇੱਕ ਘੁਟਨਾ ਝੁਕੇਗਾ, ਭਾਵੇਂ ਉਹ ਡੀਮਨ ਦਾ ਹੋਏਗਾ, ਭਾਵੇਂ ਉਹ ਜਿਹੜਾ ਬਦਰੂਹਾਂ ਦਾ ਹੈ, ਭਾਵੇਂ ਸ਼ੈਤਾਨ ਦਾ ਹੈ, ਭਾਵੇਂ ਇਨਸਾਨ ਦਾ ਹੈ, ਜਾਨਵਰ ਦਾ, ਹਰ ਇੱਕ ਦਾ, ਫਰਿਸ਼ਤਿਆਂ ਦਾ, ਹਰ ਇੱਕ ਦਾ ਘੁਟਨਾ ਯਿਸੂ ਕੇ ਝੁਕਿਆ ਹੈ। ਤੇ ਯਿਸੂ ਨੇ ਫਿਰ ਲਿਖਿਆ ਕਿ ਉਹਨੂੰ ਝਿੜਕ ਕੇ ਕਿਹਾ ਕਿ ਚੁੱਪ ਰਹਿ, ਤੇ ਉਹਦੇ ਵਿੱਚੋਂ ਨਿਕਲ ਗਈ ਉਹ ਡੀਮਨ, ਠੀਕ ਹੈ ਨਾ। ਉਹ ਲਿਖਿਆ ਕਿ ਉਹ ਜਦੋਂ ਨਿਕਲੀ ਹੈ ਤੇ ਬੜੀ ਆਵਾਜ਼ ਦੇ ਵਿੱਚ ਉਹਨੇ ਚਲਾਇਆ, ਬੜਾ ਉਹਨੇ ਸ਼ੋਰ ਪਾਇਆ ਤੇ ਨਿਕਲ ਗਈ। ਲੋਕੀ ਕਹਿਣ ਲੱਗੇ ਕਿ ਇਹ ਕੀ ਹੋਇਆ, ਤੇ ਨਾਲ ਕਹਿਣ ਲੱਗੇ, ਆਪਸ ਵਿੱਚ ਬਹਿਸ ਕਰਨ ਲੱਗੇ ਕਿ ਇਹ ਕੀ ਹੈ, ਇਹ ਤਾਂ ਨਵੀਂ ਤਾਲੀਮ ਹੈ। ਉਹ ਨਾਪਾਕ ਰੂਹਾਂ ਨੂੰ, ਦੁਸ਼ਟ ਆਤਮਾਵਾਂ ਨੂੰ ਅਖਤਿਆਰ ਦੇ ਨਾਲ ਹੁਕਮ ਦਿੰਦਾ ਹੈ, ਉਹਨਾਂ ਨੂੰ ਉਪਦੇਸ਼ ਦਿੰਦਾ ਹੈ, ਉਹਨਾਂ ਨੂੰ ਕਹਿੰਦਾ ਹੈ ਤੇ ਉਹ ਉਹਦਾ ਹੁਕਮ ਮੰਨਦੀਆਂ ਨੇ। ਸੋ ਇਹ ਫਰਕ ਹੈਗਾ। ਸੋ ਪਹਿਲੇ ਐਤ ਦੇ ਵਿੱਚ, ਪੁਰਾਣੇ ਐਤਾਂ ਵਿੱਚ ਕੀ ਹੁੰਦਾ ਸੀ ਕਿ ਇਹ ਕੰਮ ਨਹੀਂ ਸੀ ਹੋ ਸਕਦਾ। ਉਹਦਾ ਰੀਜ਼ਨ ਕੀ ਹੈਗਾ ਸੀ? ਉਹਦਾ ਰੀਜ਼ਨ ਇਹ ਸੀ ਕਿ ਖੁਦਾ ਦੀ ਬਾਦਸ਼ਾਹੀ ਦਾ ਆਗਾਜ਼ ਜਿਹੜਾ ਸੀ ਉਹ ਸਟਾਰਟ ਯਿਸੂ ਮਸੀਹ ਦੇ ਨਾਲ ਹੋਇਆ। ਹਾਲੇਲੂਇਆ। ਯਿਸੂ ਮਸੀਹ ਆਏ ਨੇ ਤੇ ਬਾਦਸ਼ਾਹੀ ਨੂੰ ਐਸਟੈਬਲਿਸ਼ ਕੀਤਾ, ਤੇ ਜਦੋਂ ਬਾਦਸ਼ਾਹੀ ਨੂੰ ਐਸਟੈਬਲਿਸ਼ ਕੀਤਾ ਉਹ ਕਿਹੜੀ ਬਾਦਸ਼ਾਹੀ ਦੇ ਖਿਲਾਫ ਐਸਟੈਬਲਿਸ਼ ਕੀਤਾ? ਉਤਪਤੀ ਦੇ ਵਿੱਚ ਲਿਖਿਆ ਹੈ, ਬੁੱਕ ਆਫ ਜੈਨੇਸਿਸ ਦੇ ਵਿੱਚ, ਉਹਦੇ ਪਹਿਲੇ ਚੈਪਟਰ ਦੀ 3 ਐਤ 4 ਐਤ ਪੜੋ ਤੇ ਲਿਖਿਆ ਕਿ ਹਨੇਰਾ ਸੀਗਾ। ਮੇਰੇ ਨਾਲ ਪੜ੍ਹ ਲਓ ਬਲਕਿ ਉਤਪਤੀ ਵਿਦਾਇਸ਼। ਪਰਮੇਸ਼ਵਰ ਨੇ ਆਖਿਆ ਕਿ ਚਾਨਣ ਹੋਵੇ। ਨਹੀਂ, ਦੂਸਰੀ ਚੈਪਟਰ 1 ਵਰਸ 2 ਪੜੋ ਪਹਿਲੇ। ਜ਼ਮੀਨ ਜਿਹੜੀ ਸ੍ਰਿਸ਼ਟੀ ਸੀ, ਕੀ ਲਿਖਿਆ? ਧਰਤੀ ਬੇਡੋਲ ਤੇ ਸੁੰਨੀ ਸੀ ਅਤੇ ਡੂੰਘਾਈ ਉੱਤੇ ਹਨੇਰਾ ਸੀ, ਅਤੇ ਪਰਮੇਸ਼ਵਰ ਦਾ ਆਤਮਾ ਪਾਣੀਆਂ ਦੇ ਉੱਤੇ ਸਿਉਂਦਾ ਸੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਆਇਤ ਵਿੱਚ ਬੜਾ ਗਹਿਰਾ ਮਤਲਬ ਲਿਖਿਆ ਹੈ ਕਿ ਧਰਤੀ ਬੇਡੋਲ ਸੀ ਤੇ ਸੁੰਨੀ ਸੀ, ਉਹਦੇ ਉੱਤੇ ਹਨੇਰਾ ਸੀ। ਜਦੋਂ ਮੇਰੇ ਅਜ਼ੀਜ਼ੋ ਬੁਰੀ ਤਸਵੀਰਾਂ ਦਾ ਕੰਮ ਹੁੰਦਾ ਹੈ ਤੇ ਉਹ ਧਰਤੀ ਜਿਹੜੀ ਹੈ ਉਹ ਬੇਡੋਲ ਹੋ ਜਾਂਦੀ ਹੈ, ਉਹ ਸੁੰਨੀ ਹੋ ਜਾਂਦੀ ਹੈ, ਤੇ ਉਹਦੇ ਉੱਤੇ ਜਿਹੜਾ ਨਾ ਹਨੇਰਾ ਆ ਜਾਂਦਾ ਹੈ। ਤੇ ਬਾਈਬਲ 'ਚ ਲਿਖਿਆ ਕਿ ਪਾਣੀ ਕਿਹਨਾਂ ਨੂੰ ਜ਼ਾਹਿਰ ਕਰਦੇ ਨੇ? ਪ੍ਰਕਾਸ਼ਿਤ ਵਾਕਿਆ ਦੇ ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖਿਆ ਕਿ ਪਾਣੀ ਜਿਹੜੇ ਤੂੰ ਵੇਖੇ ਉਹ ਲੋਕਾਂ ਨੂੰ ਜ਼ਾਹਿਰ ਕਰਦੇ ਆ। ਲਿਖਿਆ ਕਿ ਪਾਣੀ ਉੱਤੇ ਰੂਹ ਨੇ ਜਦੋਂ ਜੁੰਬਸ਼ ਕੀਤੀ, रूह ਉੱਥੇ ਫਿਰਿਆ ਤੇ ਖੁਦਾ ਨੇ ਕਿਹਾ ਰੋਸ਼ਨੀ ਹੋ ਜਾ, ਔਰ ਰੋਸ਼ਨੀ ਹੋਈ ਹੈ। ਤੇ ਲਿਖਿਆ ਕਿ ਰੋਸ਼ਨੀ ਅੱਛੀ ਸੀ। ਖੁਦਾ ਨੇ ਰੋਸ਼ਨੀ ਤੋਂ ਤਾਰੀਕੀ ਨੂੰ ਜੁਦਾ ਕਰ ਦਿੱਤਾ, ਹਨੇਰੇ ਨੂੰ ਪਿੱਛੇ ਕਰ ਦਿੱਤਾ ਤੇ ਰੋਸ਼ਨੀ ਹੋ ਕੇ ਕੀਤਾ। ਇਹ ਕੰਮ ਜਿਹੜਾ ਖੁਦਾ ਦੀ ਬਾਦਸ਼ਾਹੀ ਤੇ ਤਬਲੀਗ ਦੀ ਬਾਦਸ਼ਾਹੀ ਦਰਮਿਆਨ ਹੋਇਆ। ਹਾਲੇਲੂਇਆ। ਜਦੋਂ ਯਿਸੂ ਆਇਆ ਹੈ, ਬਾਈਬਲ ਲਿਖਿਆ ਕਿ ਨੂਰ ਦੁਨੀਆ में आने को था। हालेलुया। ਯੋਹਨਾ ਦੀ ਵਿੱਚ ਲਿਖਿਆ ਕਿ ਜਿਹੜਾ ਚਾਨਣ ਸੀ ਉਹ ਦੁਨੀਆ ਦੇ ਵਿੱਚ ਆਇਆ, ਤੇ ਉਹ ਜਿਹੜਾ ਇਹ ਦਹਿਧਾਰੀ ਹੋਇਆ। ਹਾਲੇਲੁਇਆ। ਜਿਹੜਾ ਵਚਨ ਹੈ ਦਹਿਧਾਰੀ ਹੋਇਆ, ਉਹ ਦੁਨੀਆ ਦੇ ਵਿੱਚ ਆ ਗਿਆ, ਔਰ ਉਹਨੇ ਆ ਕੇ ਜਿਹੜਾ ਜਿਸਮ ਲੈ ਲਿਆ, ਔਰ ਨੂਰ ਜਦੋਂ ਆਇਆ ਤੇ ਉਹਦਾ ਕੰਮ ਕੀ ਸੀ ਕਿ ਨੇਰੇ ਦੇ ਤਾਰੀਕੀ ਦੇ ਕੰਮਾਂ ਨੂੰ ਮਿਟਾ ਦੇਵੇ, ਔਰ ਇਬਲੀਸ ਦੀ ਬਾਦਸ਼ਾਹੀ ਦੇ ਖਿਲਾਫ ਖੜਾ ਹੋ ਜਾਏ। ਸੋ ਸਾਨੂੰ ਇਹ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ। ਲੇਕਿਨ ਪ੍ਰੋਬਲਮ ਕੀ ਹੈ ਕਿ ਦੁਨੀਆ ਦੇ ਵਿੱਚ ਹਨੇਰੇ ਦਾ ਕੰਮ ਅਜੇ ਵੀ ਹੋ ਰਿਹਾ ਹੈ ਕਿ ਨਹੀਂ? ਦੁਨੀਆ 'ਚ ਹੋ ਰਿਹਾ ਨਾ ਹਨੇਰੇ ਦਾ ਕੰਮ। ਤੁਸੀਂ ਦੇਖੋ ਕਿ ਬੜੇ ਬੜੇ ਕੰਮ ਹੋ ਰਹੇ ਦੁਨੀਆ ਦੇ ਵਿੱਚ, ਬੜਾ ਬੜਾ ਪ੍ਰੋਬਲਮ ਹੋ ਰਿਹਾ। ਈਵਨ ਕਿ ਜਿਹੜੇ ईमानदार लोग ने, बहुत से लोग कहते हैं जी ईमानदार की दुष्ट आत्मा ना पोजेस्ड हो सकता है? नहीं हो सकता, क्योंकि पोजेस का मतलब है कि किसी से पूरा पूरा कब्जा कर लेना, ठीक है ना, वो नहीं हो सकता। लेकिन ईमानदार का कुछ हिस्सा ਜਿਹੜਾ ਹੈ ਉਹ ਜ਼ਰੂਰ पोजेस्ड हो सकता है, ਉਹ ਜਿਹੜਾ ਉਹਦੇ ਕਬਜ਼ੇ 'ਚ ਆ ਸਕਦੇ, ਜਿਹਨੂੰ ਕਹਿੰਦੇ ਡੀਮੋਨਾਈਜੇਸ਼ਨ, ਠੀਕ ਹੈ ਨਾ। ਹੁਣ ਸਾਡੇ ਜੋ ਕਿੰਨੇ ਐਸੇ ਬੈਠੇ ਨੇ ਜਿਨ੍ਹਾਂ ਨੇ ਤੌਬਾ ਕਰਕੇ ਬਪਤਿਸਮਾ ਲਿੱਤੀ ਹੈ, ਹਾਲੇਲੂਇਆ, ਆਮੀਨ। किन्ने ऐसे ने जिन्होंने को कल कोई गलती हुई सी बपतिस्मे आने को मनने च कोई मसला सितारे कोई ना कोई तो किया ही होना है। मैं नहीं पूछांगा कि उन्हें किहड़ी गलती हुई सी, लेकिन होया किसी। दैट मीन्स के ईमानदार होना एक फर्क गल है, लेकिन साडे कोलों गलती होना वो एक हो जाता है। बाइबल च लिखिया कि जिहड़ा गुनाह करदा है गुनाह दा गुलाम है। ये लिखा है बाइबल च लिखिया जिहड़ा गुनाह करदा है गुनाह दा गुलाम है। ते गलती जिहड़ी है वो किहड़े लेवल ते असीं करना है? थिंग इज के दो जेड़े ने वो परतां ही ने, दो लेवल, एक है फिजिकल और एक है स्पिरिचुअल, ठीक है ना। एक जेड़ा है वो जिस्मानी लेवल है, एक आत्मिक लेवल है, ठीक है। आत्मिक लेवल जेड़ा है उत्थे खुदा बैठा है, ठीक है ना। खुदा जेड़ा है वो आत्मा है, बाइबल सानू दसदी है। खुदा रूह है, खुदा जेड़ा रूहानी लेवल ते बैठा है, वो खुदा दा काम जेड़ा सारा रूहानी है। लेकिन असी जेड़े हैं, असी जेड़ी दुनिया च रहने हैं वो जिस्मानी है। सिंपल जेड़ी गल, जिस्मानी दुनिया, असी दुनिया दे विच रहने हैं और सानू जिस्म दे विच जेड़ा ना खुदा ने पैदा किया है। हर इंसान दे 3 हिस्से हैगे ने। किहड़े किहड़े हिस्से ने? आत्मा, रूह ते बदन ते जान।
ਸਾਡੀ ਜਾਨ ਹੈ, ਸਾਡੀ ਆਤਮਾ ਹੈ ਤੇ ਸਾਡੀ ਬਾਡੀ ਹੈ, ਠੀਕ ਹੈ ਨਾ। ਤੇ ਇਸ ਦੁਨੀਆ ਦੇ ਵਿੱਚ ਰਹਿਣ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ? ਬਾਡੀ। ਔਰ ਤੁਹਾਨੂੰ ਪਤਾ ਹੈ ਕਿ ਬਾਈਬਲ 'ਚ ਲਿਖਿਆ ਸੀ ਕਿ ਖੁਦਾ ਨੇ ਉਹਨੂੰ ਆਪਣੀ ਛਵੀ ਤੇ ਬਣਾਇਆ, ਇਨਸਾਨ ਨੂੰ ਆਪਣੀ ਛਵੀ ਤੇ ਬਣਾਇਆ। ਆਪਣੇ ਅਗਰ ਬਣਾਇਆ ਤਾਂ ਉਹਦਾ ਮਤਲਬ ਕੀ ਸੀ? ਕਿ ਉਹਨੂੰ ਤਸਲੀਸ ਬਣਾਇਆ। ਸਾਡੇ ਤੇ ਖੁਦਾ 'ਚ ਕੀ ਫਰਕ ਹੈ ਕਿ ਸਾਡੇ ਅੰਦਰ ਵੀ ਟ੍ਰਿਨਿਟੀ ਹੈ, ਸਾਡੇ ਅੰਦਰ ਵੀ ਤਸਲੀਸ ਹੈ, ਲੇਕਿਨ ਉਹਨੂੰ ਅਸੀਂ ਲੈਦਾ ਨਹੀਂ ਕਰ ਸਕਦੇ। ਤੁਹਾਡੇ ਅਗਰ ਬਦਨ ਨੂੰ ਲੈਦਾ ਕਰ ਦਿੱਤਾ ਜਾਏ ਜਾਂ ਬਦਨ ਨੂੰ ਤਬਾਹ ਕਰ ਦਿੱਤਾ ਜਾਏ, ਤੁਹਾਡੀ ਰੂਹ ਫਿਰ ਕਾਇਮ ਨਹੀਂ ਰਹਿ ਸਕਦੀ। ਤੁਹਾਡੀ ਰੂਹ ਕੱਢ ਦਿੱਤੀ ਜਾਏ ਤਾਂ ਬਦਨ ਡਿੱਗ ਜਾਏਗਾ। ਹਾਲੇਲੂਇਆ। ਲੇਕਿਨ ਕੀ ਹੈਗਾ ਕਿ ਖੁਦਾ ਜਿਹੜਾ ਹੈ ਉਹ ਚੁੱਕੇ ਅਨਲਿਮਿਟਿਡ ਹੈ, ਉਹ ਬੇਅੰਤ ਵਕਤ 3 ਵੀ ਹੈ ਤੇ 1 ਵੀ ਹੈ। ਹਾਲੇਲੂਇਆ। ਉਹ ਲੈਦਾ ਵੀ ਨਜ਼ਰ ਆਉਂਦਾ ਹੈ। ਜਦੋਂ ਯਿਸੂ ਬਪਤਿਸਮਾ ਲੈਂਦਾ ਹੈ, ਪਾਖਰੂ ਵੀ ਆ ਰਿਹਾ ਹੈ ਔਰ ਉਤੋਂ ਬਾਪ ਦੀ ਆਵਾਜ਼ ਵੀ ਆ ਰਹੀ ਹੈ। ਹਾਲੇਲੂਇਆ। ਲੈਦਾ ਵੀ ਨਜ਼ਰ ਆ, ਲੇਕਿਨ ਅਸੀਂ ਨਹੀਂ ਇਹ ਕਰ ਸਕਦੇ ਕਿਉਂਕਿ ਅਸੀਂ ਲਿਮਿਟਿਡ ਹੈਗੇ। ਸਾਨੂੰ ਖੁਦਾ ਨੇ ਆਪਣੀ ਪਹਿਚਾਨ ਆਪਣੀ ਛਵੀ ਤੇ ਦਿੱਤੀ ਹੈ, ਲੇਕਿਨ ਸਾਨੂੰ ਅਨਲਿਮਿਟਿਡ ਨਹੀਂ ਕੀਤਾ, ਠੀਕ ਹੈ ਨਾ। ਉਸ ਲਿਮਿਟੇਸ਼ਨ ਦੀ ਵਜ੍ਹਾ ਤੋਂ ਕੀ ਹੈ ਕਿ ਜਦੋਂ ਆਦਮ ਨੇ ਫਰੂਟ ਲੈ ਕੇ ਖਾਇਆ ਸੀ, ਹਵਾ ਨੇ, ਉਹਨੇ ਆਪਣੀ ਬਾਡੀ ਨਾਲ ਸਿਨ ਕਮਿਟ ਕਰ ਲਿਆ ਸੀ, ਠੀਕ ਹੈ ਨਾ। ਬਦਨ ਜਿਹੜਾ ਹੈ ਉਹ ਡਿੱਗੀ ਹੋਈ ਹਾਲਤ ਦੇ ਵਿੱਚ ਹੈ। ਬਦਨ ਜਿਹੜਾ ਹੈ ਉਹ ਇਨਸਾਨੀਅਤ ਨੂੰ, ਪੁਰਾਣੀ ਇਨਸਾਨੀਅਤ ਨੂੰ ਲੈ ਕੇ ਚੱਲਦਾ ਹੈ। ਔਰ ਬਾਈਬਲ 'ਚ ਕੀ ਕਹਿੰਦੀ ਹੈ? ਬਾਈਬਲ ਕਹਿੰਦੀ, ਮੇਰੇ ਨਾਲ ਤੁਸੀਂ ਦੇਖੋ ਕਿ ਖੂਨ और गोश्त खुदा की बादशाही के वारिस नहीं होंगे। बाइबल ਸਾਨੂੰ ਦੱਸਦੀ ਹੈ, मेरा ਤੁਸੀਂ देख सकते हो पहला ग्रंथियों ਦਾ 15वां चैप्टर और ਉਹਦੀ 50ਵੀं है 15वां अध्याय पहला ग्रंथियां और ਉਹਦਾ 50ਵੀਂ है। ਹੁਣ हे ਭਰਾਵੋ, ਹਾਂਜੀ, हे भरावो, मतलब ये है कि गोश्त और खून खुदा की बादशाही के वारिस नहीं हो सकते और ना प्रकाश की बरसाले ले। ਹੁਣ ਪੰਜਾਬੀ ਚ ਵੀ ਪੜ੍ਹ ਕੇ ਲਿਖਿਆ, हे ਭਰਾਵੋ। ਹੁਣ हे ਭਰਾਵੋ, ਮੈਂ ਇਹ ਆਖਦਾ ਹਾਂ, ਜੋ ਮਾਸ ਅਤੇ ਲਹੂ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ। ਮਾਸ ਅਤੇ ਲਹੂ ਜਿਹੜੇ ਨੇ ਪਰਮੇਸ਼ਵਰ ਦੇ ਜਿਹੜਾ ਰਾਜ ਹੈ ਉਹਦੇ ਅਧਿਕਾਰੀ ਨਹੀਂ ਹੋਣਗੇ। ਤੇ ਫਿਰ ਕੌਣ ਅਧਿਕਾਰੀ ਹੋਏਗਾ? ਤੁਹਾਡੇ ਜਿਸਮ, ਤੁਹਾਡਾ ਪਰਸਨ ਜਿਹੜਾ ਹੈ ਉਹਦਾ, ਤੁਹਾਡਾ ਨਾਮ ਕੀ ਹੈ? ਪ੍ਰਦੀਪ ਭਾਈ ਜਿਹੜਾ ਹੈ ਉਹਦੀ ਜ਼ਿੰਦਗੀ 'ਚ ਕਿਹੜੀ ਚੀਜ਼ ਹੈ ਜਿਹੜੀ ਪ੍ਰਭੂ ਕੋਲ ਵਾਪਸ ਜਾਏਗੀ? ਲੈਟਸ ਸੇ ਪ੍ਰਦੀਪ ਭਾਈ ਨੂੰ ਖੁਦਾਵੰਦ ਅਜੇ ਹੀ ਬੁਲਾਉਂਦਾ ਹੈ, ਉਹਦੀ ਰੂਹ ਜਾਏਗੀ। ਹਾਲੇਲੂਇਆ। ਜਦੋਂ ਯਿਸੂ ਆਏਗਾ, ਲਿਖਿਆ ਕਿ ਸਾਡੀ ਰੂਹ ਨੂੰ ਇੱਕ ਨਵਾਂ ਲਿਬਾਸ ਬਣਾਇਆ ਜਾਏਗਾ। ਉਹ ਕੀ ਹੈ? ਜਲਾਲੀ ਬਦਨ ਹੈ। ਹਾਲੇਲੂਇਆ। ਉਹ ਜਲਾਲੀ ਬਦਨ, ਕਿਉਂਕਿ ਇਹ ਬਦਨ ਜਿਹੜਾ ਹੈ ਇਹ ਡਿੱਗ ਜਾਏਗਾ, ਖਤਮ ਹੋ ਜਾਏਗਾ, ਇਹ ਦੁਨੀਆ ਦੇ ਵਿੱਚ ਰਹਿ ਜਾਏਗਾ। ਹੁਣ ਗੱਲ ਕੀ ਹੈ? ਅਸੀਂ ਜਿਹੜੇ ਆ, ਅਸੀਂ ਇਸ ਬਦਨ ਦੇ ਵਿੱਚ ਰਹਿੰਦੇ ਆ। ਜਿੰਨੀ ਦੇਰ ਤੱਕ ਅਸੀਂ ਦੁਨੀਆ ਦੇ ਵਿੱਚ ਰਹਿੰਦੇ ਆ, ਅਸੀਂ ਅਜ਼ਮਾਇਸ਼ਾਂ 'ਚ ਪੈਂਦੇ ਆ। ਬਦਨ ਦੇ ਉੱਤੇ ਅਜ਼ਮਾਇਸ਼ਾਂ ਆਉਂਦੀਆਂ ਨੇ। ਬਦਨ ਦੇ ਕੰਮ ਜਿਹੜੇ ਨੇ, ਗਲੇਸ਼ੀਆਂ ਦੇ ਵਿੱਚ, ਗਲਤੀਆਂ ਦੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਬਦਨ ਦੇ ਕੰਮ ਨੇ। ਲੋਕੀ ਝੂਠ ਬੋਲਦੇ ਨੇ, ਹਰਾਮਕਾਰੀਆਂ ਕਰਦੇ ਨੇ, ਬਦਕਾਰੀਆਂ ਕਰਦੇ ਨੇ। ਲੋਕਾਂ ਨੂੰ ਜਿਹੜਾ ਬਦਨ ਦੇ ਵਿੱਚ ਬਹੁਤ ਸਾਰੀ ਜਿਹੜੀਆਂ ਇਸ਼ੂਜ਼ ਨੇ। ਔਰ ਬਦਨ ਦੇ ਅੰਦਰ ਜਿਹੜਾ ਸਾਡਾ ਜਿਸਮ ਹੈ ਉਹਦੀ 5 ਲੇਅਰਸ ਹੈਗੀਆਂ ਨੇ। ਤੁਹਾਨੂੰ ਪਤਾ ਹੈ 5 ਸੈਂਸਿਸ ਹੈਗੀਆਂ ਨੇ। ਕਿਹੜੀਆਂ ਕਿਹੜੀਆਂ ਨੇ? ਸੁਣਨਾ, ਦੇਖਣਾ, ਸੁੰਘਣਾ, ਫੀਲ ਕਰਨਾ ਤੇ ਬੋਲਣਾ। ਇਹੀ ਨੇ ਨਾ। ਇਹਨਾਂ 5 ਸੈਂਸਿਸ ਨੂੰ ਇਬਲੀਸ ਇਸਤੇਮਾਲ ਕਰਦਾ। ਬੋਲਣ ਨੂੰ ਕਹਿੰਦੇ ਇਸਤੇਮਾਲ ਕਰਦਾ। ਕਦੀ ਝੂਠ ਬੋਲਿਆ ਕਿਸੇ, ਕਦੀ ਗਾਲਾਂ ਕੱਢੀਆਂ, ਕਦੀ ਕਿਸੇ ਦੀ ਬਦਗੋਈ ਕੀਤੀ, ਕਦੀ ਕਿਸੇ ਨੂੰ ਭੈੜਾ ਕਿਹਾ, ਕਦੀ ਕਿਸੇ ਦੇ ਲਾਂਤਾਂ ਪਾਈਆਂ, ਕਦੀ ਆਪਣੇ ਬੱਚਿਆਂ ਨੂੰ, ਭੈਣ ਭਰਾਵਾਂ ਨੂੰ, ਦੋਸਤਾਂ ਨੂੰ ਜਿਹੜਾ ਉਹ ਕਿਸੇ ਦੇ ਖਿਲਾਫ ਜਿਹੜਾ ਗੱਲ ਕੀਤੀ, ਪਾਦਰੀ ਸਾਹਿਬ ਦੇ ਖਿਲਾਫ ਗੱਲ ਕੀਤੀ। ਤੁਹਾਨੂੰ ਕੀ ਪਤਾ ਹੋਏਗਾ ਨਾ? ਕਦੀ ਕਿਹਾ ਹੈ, ਤੁਹਾਨੂੰ ਕੀ ਪਤਾ ਭਾਈ ਸਾਹਿਬ ਐਵੇਂ ਗੱਲਾਂ ਕਰਦੇ ਰਹਿੰਦੇ ਨੇ, ਪਤਾ ਨਹੀਂ ਕੀ ਚੱਕਰ। ਤੁਹਾਨੂੰ ਮਾੜਾ ਹੀ ਬੋਲਦੇ ਨੇ। ਭਾਈ ਸਾਹਿਬ ਸਾਰਿਆਂ ਨੂੰ ਅੱਛਾ ਬੋਲਦੇ, ਮੈਨੂੰ ਬਹੁਤ ਮਾੜਾ ਬੋਲਦੇ, ਪਤਾ ਨਹੀਂ ਚੱਕਰ। ਗੁੱਸਾ ਕੀਤਾ ਬੋਲਣ ਦਾ ਹੈ ਨਾ ਚੱਕਰ। ਤੇ ਉਹਦੇ ਵਿੱਚ ਜਿਹੜਾ ਤੁਸੀਂ ਦੇਖੋ, ਹੁਣ ਦੇਖੋ ਕਿ ਦੇਖਣ ਦੇ ਬਾਰੇ ਕਦੀ ਗੰਦੀ ਬੁਰੀ ਤਸਵੀਰਾਂ ਦੇਖੀਆਂ, ਕਦੀ ਬਾਈਬਲ ਲਿਖਿਆ ਕਿ ਜਿਹੜਾ ਕਿਸੇ ਔਰਤ ਨੂੰ ਗੰਦੀ ਨਿਗਾਹ ਨਾਲ ਦੇਖ ਲੇ ਉਹਦੇ ਨਾਲ ਉਹ ਬਦਕਾਰੀ ਕਰ ਬੈਠੇ। ਦਿਲ ਦੇ ਵਿੱਚ ਖਿਆਲ ਜਿਹੜਾ, ਔਰ ਸਾਨੂੰ ਪਤਾ 98% ਜਿਹੜਾ ਸਾਡੀ ਇਨਫੋਰਮੇਸ਼ਨ ਅੱਖਾਂ ਦੇ ਥਰੂ ਆਉਂਦੀ ਹੈ। ਜੋ ਅਸੀਂ ਦੇਖਨੇ ਆ ਉਹ ਸਾਨੂੰ ਪਰਸੀਵ ਹੁੰਦਾ, ਠੀਕ ਹੈ ਨਾ, ਸਾਨੂੰ ਅੰਦਰ ਬੈਠਦਾ ਹੈ, ਉਹ ਦਿਲ ਦੇ ਵਿੱਚ ਚਲਾ ਜਾਂਦਾ। ਕਦੀ ਜਿਹੜਾ ਹੈ ਉਹ ਕਿਸੇ ਨਾਲ ਗੁੱਸੇ ਨਾਲ ਦੇਖਿਆ, ਜੈਲਸੀ ਨਾਲ ਦੇਖਿਆ, ਅੱਖਾਂ ਦੇ ਨਾਲ ਗੁਨਾਹ ਜਿਹੜਾ ਹੈ ਕੀਤਾ। ਬਾਈਬਲ 'ਚ ਲਿਖਿਆ ਹੈ ਕਿ ਅਸੀਂ ਖੁਦਾ ਨੂੰ ਕਿਉਂ ਨਹੀਂ ਦੇਖ ਸਕਦੇ? ਲਿਖਿਆ ਕਲਾਮ ਕਹਿੰਦਾ ਹੈ ਕਿ ਮੁਬਾਰਕ ਹੈ वो जो पाक दिल है वो खुदावंद को देखेंगे। मुबारक बात लिखा है ना, मुबारक है वो जो पाक दिल है वो खुदावंद को देखेंगे। साडी ਅੱਖਾਂ ਬੰਦ ਨੇ। ਉਹ ਜਿਹੜਾ ਨਬੀ ਦਾ ਨੌਕਰ ਹੈਗਾ ਸੀ, ਉਹ ਡਰਦਾ ਸੀ, ਕਹਿੰਦਾ ਜੀ ਬਾਦਸ਼ਾਹ ਨੇ ਤਾਂ ਬੜੀ ਫੌਜਾਂ ਭੇਜੀਆਂ ਨੇ, ਅਸੀਂ ਕੀ ਕਰਾਂਗੇ? ਅਸੀਂ 2 ਜਣੇ ਇੱਥੇ ਬੈਠੇ ਆ ਪਹਾੜ ਤੇ। ਨਬੀ ਨੇ ਕਿਹਾ ਖੁਦਾਵੰਦ ਇਸ ਕੀ ਆਂਖੋਂ ਕੋ ਖੋਲ। ਹਾਲੇਲੂਇਆ। ਉਹਨੇ ਜਦੋਂ ਅੱਖਾਂ ਖੋਲੀਆਂ ਤੇ ਲਿਖਿਆ ਕਿ ਉੱਥੇ ਨੇ ਲਸ਼ਕਰ ਦੇਖੇ। ਹਾਲੇਲੂਇਆ। ਉੱਥੇ ਲਸ਼ਕਰ ਫਰਿਸ਼ਤਿਆਂ ਨੇ ਖੜੇ। ਪ੍ਰੋਬਲਮ ਕੀ? ਸਾਡੀ ਅੱਖਾਂ ਬੰਦ ਨੇ। ਸਾਡਾ ਸੁਣਨਾ, ਸਾਡਾ ਬੋਲਣਾ, ਸਾਡਾ ਸੁਣਨਾ
ਤੁਹਾਨੂੰ ਪਤਾ ਹੈ ਸਾਨੂੰ ਕੋਈ ਖੁਸ਼ਾਮਦ ਕਰੇ, ਕੋਈ ਬਹੁਤਾ ਚੁੱਕੇ ਵੱਡੋ ਕਰੇ ਸਾਡੀ, ਤੇ ਅਸੀਂ ਬਹੁਤ ਖੁਸ਼ ਹੁੰਦੇ। ਮੈਂ ਭਾਈ ਨੂੰ ਭਾਈ ਸਾਡੀ ਟਾਈ ਬਹੁਤ ਸੋਹਣੀ ਲੱਗਦੀ, ਤੁਸੀਂ ਦੁਨੀਆ ਦੇ ਸੋਹਣੇ ਤਰੀਨ ਬੰਦੇ। ਭਾਈ ਹੋਰੀ ਐਂਟੀ ਟੋਟਾ ਸ਼ੁਰੂ ਕਰ ਦੇਣਗੇ। ਭਾਈ ਕਹਿਣਗੇ ਅੱਛਾ ਇਹ ਤਾਂ ਮੈਨੂੰ ਕਦੀ ਵੀ ਨਹੀਂ ਕਿਸੇ ਨੇ। ਕੱਲ ਨੂੰ ਮੈਂ ਜਾਵਾਂ ਭਾਈ ਨੂੰ ਮੈਂ ਕਹਿੰਦਾ ਭਾਈ ਪ੍ਰਦੀਪ ਨੇ ਤੁਹਾਡੇ ਲਈ ਬੜਾ ਮਾੜਾ ਬੋਲਿਆ, ਕੰਨ ਦੇ ਵਿੱਚ ਫੂਕਾ ਮਾਰੀ। ਤੁਹਾਨੂੰ ਪਤਾ ਚਰਚਾ ਦੇ ਵਿੱਚ ਸ਼ੈਤਾਨ ਤੇ ਫੂਕਾ ਮਾਰਦੇ, ਅਸੀਂ ਇਨਸਾਨ ਵੀ ਬੜੇ ਮਾਰਦੇ, ਮੈਂਬਰ ਇੱਕ ਦੂਸਰੇ ਨੂੰ ਫੂਕਾ ਮਾਰ ਰਹੇ ਨੇ, ਔਰ ਉਹ ਬੜੀ ਭੈੜੀਆਂ ਫੂਕਾਂ ਨੇ। ਇੱਕਦਮ ਜਿਹੜਾ ਕੰਨ ਦੇ ਵਿੱਚ ਸੁਣਿਆ ਉਹ ਅੱਛਾ ਮੈਨੂੰ ਤੇ ਕੰਨਾਂ ਦੇ ਕੱਚੇ ਤੇ ਰੀਸੈਂਟਲੀ ਸਾਨੂੰ ਵੀ ਐਕਸਪੀਰੀਅੰਸ ਬੜਾ ਹੋਇਆ। ਬੋਡੀ ਦੇ ਵਿੱਚ ਪ੍ਰੋਬਲਮ ਹੈਗੀ, ਠੀਕ ਹੈ ਨਾ, ਬਦਨ ਕਮਜ਼ੋਰ। ਬਾਈਬਲ ਕੀ ਲਿਖਿਆ ਹੈ? ਜਦੋਂ ਉਹ ਦੁਆ ਕਰਦੇ ਪਏ ਸਨ, ਮੇਰੇ ਨਾਲ ਤੁਸੀਂ ਦੇਖੋ ਗਤਸਮਨੀ ਦੇ ਅੰਦਰ ਦੁਆ ਹੋ ਰਹੀ ਹੈ, ਔਰ ਉੱਥੇ ਜਿਹੜਾ ਨਾ ਉਹ ਦੁਆ ਹੋ ਰਹੀ ਹੈ, ਖੁਦਾਵੰਦ ਯਿਸੂ ਮਸੀਹ ਬਾਰ-ਬਾਰ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਦੁਆ ਕਰੋ, ਜਾਗੋ ਤੇ ਦੁਆ ਕਰੋ। ਮੈਥਿਊ ਚੈਪਟਰ 26 ਮੱਤੀ ਦੇ ਨੀਲ 26ਵਾਂ ਚੈਪਟਰ ਔਰ ਉਹਦੀ 41 ਵਰਸ ਦੇ ਵਿੱਚ ਇਹਨਾਂ ਦੇ ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਾਓ। ਜਾਗੋ ਤੇ प्रार्थना करो ताकि परतावे विच ना पो। जागो और दुआ करो ताकि आजमाइश में ना पड़ो। आगे की लिखिए आत्मा दा तैयार है, आत्मा ते तैयार है लेकिन की है शरीर कमजोर है। शरीर की है कमजोर है। शरीर दे उत्ते फिर की हुंदा है? मेरे नाल देखो जेम्स दे विच याकूब दा खत, शरीर दा प्रॉब्लम बहुत ज्यादा है। याकूब दा खत और ਉਹਦੇ ਚੈਪਟਰ 1 ਦੇ ਵਿੱਚ ਉਹਦੀ 14ਵੀਂ ਆਇਤ ਦੇ ਵਿੱਚ ਦੇਖੋ, जेम्स चैप्टर 1 वर्स 14। हर शख्स अपनी ख्वाहिशों में खींचकर और फंसकर आजमाया जाता हर है। शख्स अपनी ख्वाहिशों में खींचकर और फंस कर आजमाया जाता है। फिर लिखा है कि आगे की लिखा है फिर ख्वाहिश हमला होकर गुनाह को जलती है और गुनाह जब बढ़ चुका तो मौत पैदा करता है। फिर जब ख्वाहिश हमला होकर गुनाह को जनती है तो गुनाह बढ़ जाता है। पंजाबी में लिखा है, तुझे पढ़ो। पर हर कोई तदे परताया ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਕੁਚਲਾਇਆ ਜਾਂਦਾ ਹੈ। ਤਦ ਕਾਮਨਾ ਜਾਂ ਗੜਬੜੀ ਹੋਈ ਤਾਂ ਪਾਪ ਨੂੰ ਜਣਦੀ ਹੈ ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ। ਰੋਮੀਆਂ 7 ਦੇ ਵਿੱਚ ਦੇਖੋ, ਰੋਮੀਆਂ 7 ਔਰ ਉਹਦੀ आयत नंबर 18 देखिए। क्योंकि मैं जानता हूँ कि मुझ में यानी मेरे जिस्म में कोई नेकी नहीं बसी हुई नहीं, अलबत्ता इरादा तो मुझ में मौजूद है मगर नेक काम मुझसे बन नहीं पड़ते। ओह यस, और 24वें आदेश की लिखा है 24 वर्ष से, हाय मैं कैसा कमबख्त आदमी हूँ, इस मौत के बदन से मुझे कौन छुड़ाएगा। तुसी भी पढ़ो 24 आयत। मैं किड्डा मंदभागी मनुख हां, कौन मैनू इस मौत दे शरीर तो छुड़ावेगा। मौत दा शरीर, हालेलुया। सो की है गया प्रॉब्लम ਤੁਹਾਨੂੰ ਸਮਝ ਆਈ ਹੈ ਕਿ ਇਮਾਨਦਾਰ ਕਿੱਥੋਂ ਉਸਮਾਇਆ ਜਾਂਦਾ। ਈਵਨ ਦੋ ਕਿ ਅਸੀਂ ਜਿਹੜਾ ਸਾਡੇ ਅੰਦਰ ਬਲੇਸਿੰਗ ਹੈ, ਸਾਨੂੰ ਖੁਦਾ ਨੇ ਨਿਜਾਤ ਦੇ ਦਿੱਤੀ ਹੈ, ਲੇਕਿਨ ਉਹ ਨਿਜਾਤ ਜਿਹੜੀ ਹੈ ਸਾਡੀ ਰੂਹ ਦੇ ਵਿੱਚ ਹੈ। ਲੇਕਿਨ ਔਨ ਦੀ ਅਦਰ ਸਾਈਡ ਅਸੀਂ ਜਿਹੜਾ ਅਜ਼ਮਾਏ ਜਾਂਦੇ ਹਾਂ, ਔਰ ਅਜ਼ਮਾਏ ਕਿਉਂ ਜਾਂਦੇ ਹਾਂ? ਕਿਉਂਕਿ ਸਾਡੀ ਬਾਡੀ ਜਿਹੜੀ ਹੈ ਉਹ ਅਜ਼ਮਾਇਸ਼ ਦਾ ਸ਼ਿਕਾਰ ਹੈ। ਸੁਣਨ ਚ ਅਜ਼ਮਾਏ ਜਾਂਦੇ ਹਾਂ, ਬੋਲਣ ਚ ਅਜ਼ਮਾਏ ਜਾਂਦੇ ਹਾਂ, ਵੇਖਣ ਚ ਅਜ਼ਮਾਏ ਜਾਂਦੇ ਹਾਂ, ਫੀਲ ਕਰਨ ਚ ਅਜ਼ਮਾਏ ਜਾਂਦੇ ਹਾਂ, ਸੋਚਣ ਚ ਅਜ਼ਮਾਏ ਜਾਂਦੇ ਹਾਂ। ਔਰ ਬਦਨ ਦੀ ਜਿਹੜੀ ਪ੍ਰੋਬਲਮ ਹੈਗੀ, ਸਰੀਰ ਦੀ ਜਿਹੜੀ ਸਰੀਰਕ ਪ੍ਰੋਬਲਮਸ ਕੀ ਨੇ, ਉਹਦਾ ਤਾਲੁਕ ਐਪੇਟਾਈਟ ਦੇ ਨਾਲ ਹੈ, ਭੁੱਖਾਂ ਦੇ ਨਾਲ ਹੈਗੀ। ਸਾਡੇ ਅੰਦਰ ਜਿਹੜੀ ਭੁੱਖ ਹੈਗੀ ਚੀਜ਼ਾਂ ਦੀ, ਨਸ਼ਿਆਂ ਦੀ ਭੁੱਖ ਹੈਗੀ ਹੈ, ਸਾਡੇ ਅੰਦਰ ਗੁਨਾਹ ਦੀ, ਬਦੀਆਂ ਦੀ ਭੁੱਖ ਹੈਗੀ ਹੈ, ਲਾਂਤਾਂ ਦੀ ਭੁੱਖ ਹੈਗੀ, ਕਿਉਂਕਿ ਬਦਨ ਜਿਹੜਾ ਉਹ ਭੁੱਖਾ ਹੁੰਦਾ ਹੈ ਇਹਨਾਂ ਚੀਜ਼ਾਂ ਦੀ, ਠੀਕ ਹੈ ਨਾ। ਦੂਸਰੀ ਜਿਹੜੀ ਹੈ ਸਾਡੀ ਚੀਜ਼ ਉਹ ਹੈਗੀ ਸਾਡੀ ਸੋਲ, ਜਿਹਨੂੰ ਕਹਿੰਦੇ ਨੇ ਜਾਨ ਜਿਹੜੀ ਹੈ, क्योंकि जान खून का भी लिखा है ना कि शरीर गोश्त और खून खुदा की भाषा। साडी जान जेड़ी है वो साडी तीन चीज़ों नाल मिलके बनी है। वो हैगी विल, इमोशंस, माइंड, विल एंड इमोशंस। साडा जेड़ा ज़हन है, साडी जेड़ी मर्जी है, साडे जेड़े जज्बात ने, इन्हां तीन चीज़ों नाल मिलके साडी जान बनी। जेड़ा साडा सोच है, जेड़ा असीं डेली बेसिस ते सोचने हैं, असीं करने हैं, असीं अपने इमोशंस दे विच जेड़ा गुस्से च आ जाते हैं, साडे इमोशंस फुली खुदा दी हज़ूरी दे विच नहीं चलदे। ਉਹ ਸਾਰੇ ਦਾ ਹੱਲ ਜਿਹੜਾ ਹੈ ਉਹ ਕੀ ਹੈ? ਸਾਨੂੰ ਖੁਦਾ ਦੀ ਭਾਸ਼ਾ ਵਿੱਚ ਖੁਦਾ ਕੀ ਕਹਿੰਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ? ਮੇਰੇ ਨਾਲ ਦੇਖੋ ਗਲੇਸ਼ੀਆਂ ਦੀ ਕਿਤਾਬ, ਗਲੇਸ਼ੀਅਨਸ ਗਲਤੀਆਂ ਦੇ ਵਿੱਚ ਆਈਏ और ਉਹਦੇ ਚੈਪਟਰ 5 ਦੀ ਵਰਸ 24 ਦੇ ਵਿੱਚ ਦੇਖੀਏ। चैप्टर 5 वर्स 24। मसीह यीशु के हैं, उन्होंने जिस्म
को उसकी रगबतों और ख्वाहिशों समेत शरीर पर खींच दिया है। हालेलुया, हालेलुया। पंजाबी भी पढ़ो। ਅਤੇ ਜਿਹੜੇ ਮਸੀਹ ਯਿਸੂ ਦੇ ਹਨ हालेलुया। ਉਹਨਾਂ ਨੇ ਜਿਹੜੇ ਮਸੀਹ ਯਿਸੂ ਸਾਡੇ ਵਿੱਚ ਕਿੰਨੇ ਨੇ ਹੱਥ ਚੁੱਕਿਆ, ਜਿਨ੍ਹਾਂ ਨੇ ਬਪਤਿਸਮਾ ਲਿਆ ਹੈ, ਦੁਬਾਰਾ ਚੁੱਕੋ ਸਾਰੇ ਆਲਮੋਸਟ ਠੀਕ ਹੈ, ਮਸੀਹ ਯਿਸੂ ਦੇ ਹਨ। ਹਾਲੇਲੁਇਆ। ਇਹ ਆਇਤ ਕਿਹਨਾਂ ਲਈ ਹੈ? ਜਿਹੜੇ ਮਸੀਹ ਯਿਸੂ, ਇਹ ਉਹਨਾਂ ਲਈ ਜਿਨ੍ਹਾਂ ਨੇ ਹੱਥ ਚੁੱਕਿਆ ਹੈ। ਠੀਕ ਹੈ, ਹੱਥ ਨਹੀਂ ਚੁੱਕਿਆ, ਹੱਥ ਚੁੱਕਿਆ ਹੈ। ਹੱਥ ਤੇ ਵੈਸੇ ਹੀ ਅਸੀਂ ਚੁੱਕਿਆ ਹੈ, ਦੂਜੇ ਬਾਰੇ ਚਰਚ ਤੋਂ ਬਾਹਰ ਨਿਕਲਦੇ ਹੱਥ ਚੁੱਕਦੇ, ਕਹਿੰਦੇ ਹੱਥ ਚੁੱਕਨੇ, ਚਰਚ ਤੋਂ ਬਾਹਰ ਹੱਥ ਚੁੱਕਨੇ, ਠੀਕ ਹੈ ਨਾ, ਇਹ ਕੰਮ ਨਹੀਂ ਕਰਨਾ। ਬਾਈਬਲ 'ਚ ਕੀ ਲਿਖਿਆ ਹੈ ਕਿ ਜੋ ਮਸੀਹ ਯਿਸੂ ਕੇ ਹੈ, ਜਿਹੜੇ ਮਸੀਹ ਯਿਸੂ ਦੇ ਨੇ, ਅੱਗੇ ਕੀ ਲਿਖਿਆ? ਜਿਹੜੇ ਮਸੀਹ ਯਿਸੂ ਦੇ ਹਨ ਉਹਨਾਂ ਨੇ ਸਰੀਰ ਨੂੰ ਕੀ ਕੀਤਾ ਹੈ? ਉਹਦੀਆਂ ਕਾਮਨਾ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚੜ੍ਹਾ ਦਿੱਤਾ। ਹਾਲੇਲੂਇਆ, ਹਾਲੇਲੂਇਆ। ਉਹਨਾਂ ਨੇ ਕੀ ਕੀਤਾ ਹੈ? ਸਲੀਬ ਦੇ ਉੱਤੇ ਖਿੱਚ ਦਿੱਤਾ ਹੈ। ਹਾਲੇਲੂਇਆ, ਸਲੀਬ ਦੇ ਉੱਤੇ ਚੜਾ ਦਿੱਤਾ ਹੈ। ਇਹ ਕੰਮ ਜਿਹੜਾ ਬੜਾ ਭਾਈ ਨੂੰ ਅਸੀਂ ਦੱਸ ਰਹੇ ਸਾਂ ਕਿ ਜਦੋਂ ਸਲੀਬ ਤੇ ਬੰਦਾ ਚੜਿਆ ਹੁੰਦਾ ਨਾ, ਤੇ ਸਲੀਬ ਤੇ ਯਿਸੂ ਨੂੰ ਇਮੇਜਿਨ ਕਰੋ, ਤੇ ਸਲੀਬ ਦੇ ਉੱਤੇ ਯਿਸੂ ਕਰੋ, ਜਿਹੜਾ ਬੰਦਾ ਸਲੀਬ ਤੇ ਨਾ, ਉਹਦੇ ਪੈਰ ਜ਼ਮੀਨ ਤੇ ਨਹੀਂ ਹੁੰਦੇ, ਪੈਰ ਹਵਾ 'ਚ ਹੁੰਦੇ, ਕਿਉਂਕਿ ਤੁਸੀਂ ਜ਼ਮੀਨ ਤੋਂ ਲੈਦਾ ਹੋ ਜਾਂਦੇ ਹੋ। ਹੱਥ ਤੁਹਾਡੇ ਖੁੱਲੇ ਹੁੰਦੇ ਨੇ, ਪਿੱਛੇ ਤੁਸੀਂ ਮੁੜ ਕੇ ਨਹੀਂ ਦੇਖ ਸਕਦੇ। ਹਾਲੇਲੂਇਆ। ਲਾਹਨਤ ਕਲਦੀ ਤੁਸੀਂ ਦੇਖ ਸਕਦੇ। ਸਾਨੂੰ ਖੁਦਾ ਚਾਹੁੰਦਾ ਹੈ ਕਿ ਅਸੀਂ ਆਪਣੇ ਬਦਨ ਨੂੰ ਆਪਣੀ ਖਾਹਿਸ਼ਾਂ ਸਮੇਤ, ਉਹਨਾਂ ਤਮਾਮ ਗੰਦੀ ਆਦਤਾਂ ਸਮੇਤ, ਉਹਨਾਂ ਸੋਚਾਂ ਸਮੇਤ, ਆਪਣੇ ਜਿਸਮ ਨੂੰ, ਆਪਣੀ ਜਰੂਰ ਬਦਨ ਜਾਨ ਨੂੰ ਜਿਹੜਾ ਸਲੀਬ ਦੇ ਉੱਤੇ ਲੈ ਜਾਈਏ। ਹਾਲੇਲੂਇਆ। ਯਿਸੂ ਜੀ ਨਾਸੀ ਦੇ ਕੋਲ ਲੈ ਜਾਈਏ। ਇਹ ਚੀਜ਼ ਜਿਹੜੀ ਹੈ ਸਾਨੂੰ ਖੁਦਾਵੰਦ ਦੀ ਹਜ਼ੂਰੀ ਦੇ ਛੁਟਕਾਰਾ ਦੇਗੀ। ਇਹ ਸਾਰਾ ਕਿਉਂ ਇਬਲੀਸ ਸਾਡੇ ਕੋਲ ਕਰਵਾਉਂਦਾ ਹੈ? ਬਾਈਬਲ ਸਾਨੂੰ ਕਹਿੰਦੀ ਹੈ ਕਿ ਇਬਲੀਸ ਚਾਹੁੰਦਾ ਹੈ ਕਿ ਸਾਨੂੰ ਗੁਲਾਮੀ ਦੇ ਵਿੱਚ ਲੈ ਕੇ, ਗੁਨਾਹ ਜਿਹੜਾ ਕਰਦਾ ਗੁਨਾਹ ਦਾ ਗੁਲਾਮ ਹੈ। ਜਦੋਂ ਅਸੀਂ ਸਰੀਰ ਦੇ ਵਿੱਚ ਚੱਲਦੇ ਹਾਂ, ਜਦੋਂ ਅਸੀਂ ਸਰੀਰਕ ਕੰਮ ਕਰਦੇ ਹਾਂ, ਅਸੀਂ ਜਿਹੜਾ ਆਤਮਿਕ ਕੰਮ ਨਹੀਂ ਕਰਦੇ, ਅਸੀਂ ਰੂਹ ਦਾ ਫਲ ਨਹੀਂ ਲੈ ਕੇ ਆਉਂਦੇ, ਅਸੀਂ ਰੂਹ ਦੀ ਨਿਮਤ, ਰੂਹ ਦੀ ਖਿਦਮਤ ਨਹੀਂ ਕਰਦੇ, ਔਰ ਸਾਡਾ ਬਦਨ ਜਿਹੜਾ ਸਾਡੀ ਰੂਹ ਨੂੰ ਲੀਡ ਕਰ ਰਿਹਾ ਹੈ। ਔਰ ਅਗਰ ਰੂਹ ਜਿਹੜੀ ਹੈ ਉਹ ਕਮਜ਼ੋਰ ਹੈ, ਭੁੱਖੀ ਹੈ, ਮਰਨ ਵਾਲੀ ਹੋਈ ਹੈ, ਬਦਨ ਜਿਹੜਾ ਉਹ ਡਾਟਾ ਲੋਤਾ ਹੈ, ਉਹ ਡੋਲੇ ਛੋਲੇ ਬਣਾ ਕੇ ਖੜਾ ਹੈ, ਔਰ ਤੁਸੀਂ ਦੇਖੋ ਖਾਹਿਸ਼ਾਂ ਜਿਹੜੀਆਂ ਨੇ ਉਹ ਬੰਦੇ ਨੂੰ ਡਰਾਈਵ ਕਰ ਰਹੀਆਂ। ਦੈਟ ਮੀਨਸ ਕਿ ਤੁਹਾਡੀ ਰੂਹ ਜਿਹੜੀ ਹੈ ਉਹ ਪਿੱਛੇ ਹੋਈ ਹੈ, ਔਰ ਬਦਨ ਦੇ ਵਿੱਚ ਕੀ ਹੁੰਦਾ ਕਿ ਉਹਦੇ ਵਿੱਚ ਜਿਹੜਾ ਨਾ ਉਹ ਇੱਕ ਦੂਜੀ ਰੂਹ ਕੰਮ ਕਰਨ ਲੱਗ ਪੈਂਦੀ ਹੈ। ਉਹ ਰੂਹ ਜਿਹੜੀ ਹੈ ਉਹ ਭ੍ਰਿਸ਼ਟ ਆਤਮਾ ਹੈ, ਕਿਉਂਕਿ ਬਦ ਰੂਹ ਕੀ ਹੈਗੀ ਹੈ? ਬਦਰੂ ਐਸੀ ਰੂਹ ਹੈ ਜਿਹਦੇ ਕੋਲ ਇੱਕ ਚੀਜ਼ ਦੀ ਕਮੀ, ਉਹ ਕੀ ਹੈ ਕਮੀ? ਉਹਦੇ ਕੋਲ ਕੀ ਹੈਗਾ? ਸਰੀਰ ਨਹੀਂ ਹੈਗਾ, ਠੀਕ ਹੈ ਨਾ। ਤਾਂ ਪਵਿੱਤਰ ਆਤਮਾ ਕੀ ਹੈ? ਉਹ ਸਾਡੀ ਰੂਹ ਦੇ ਵਿੱਚ ਰਹਿੰਦਾ। ਬਾਈਬਲ ਕਹਿੰਦੀ ਹੈ ਰੋਮੀਆਂ ਦੇ ਵਿੱਚ ਕਿ ਖੁਦਾਵੰਦ ਦਾ ਰੂਹ ਹਮਾਰੀ रूह के साथ मिलकर गवाही देता है। पवित्र आत्मा ਜਿਹੜੀ ਉਹ ਸਾਡੀ ਆਤਮਾ ਦੇ ਨਾਲ ਮਿਲ ਕੇ ਕੰਮ ਕਰਦੀ ਹੈ, ਕਿਉਂਕਿ ਆਤਮਾ ਦੇ ਨਾਲ ਮਿਲੇਗੀ। ਹਾਲੇਲੂਇਆ। ਪਵਿੱਤਰ ਆਤਮਾ ਜਿਹੜੀ ਹੈ ਉਹ ਸਾਡੇ ਪੂਰੀ ਬਾਡੀ ਨੂੰ, ਸੋਲ ਨੂੰ, ਸਪਿਰਿਟ ਨੂੰ ਗਾਈਡ ਤੇ ਕਰੇਗਾ, ਲੇਕਿਨ ਉਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਸਾਡੀ ਰੂਹ ਦੇ ਨਾਲ ਹੈ। ਲੇਕਿਨ ਕੀ ਹੁੰਦਾ ਹੈ ਕਿ ਜਦੋਂ ਅਸੀਂ ਜਿਸਮ ਦੇ ਕੰਮ 'ਚ ਪੈਂਦੇ ਹਾਂ, ਅਸੀਂ ਐਸੀ ਚੀਜ਼ਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੰਦੇ ਹਾਂ, ਐਸੀ ਦਾਵਤ ਦਿੰਦੇ ਹਾਂ ਕਿ ਉਹ ਆਤਮਾ ਜਿਹਦੇ ਕੋਲ ਖਾਹਿਸ਼ ਤੇ ਹੈ, ਹੁਣ ਝੂਠ ਦੀ ਜਿਹੜੀ ਸਪਿਰਿਟ ਹੈ, ਝੂਠ ਦੀ ਜਿਹੜੀ ਡੀਮਨ ਹੈ, ਉਹ ਕੀ ਚਾਹੁੰਦੀ ਹੈ? ਮੈਂ ਕੀ ਕਰਾਂ? ਮੈਂ ਝੂਠ ਬੋਲਾਂ। ਲੇਕਿਨ ਝੂਠ ਬੋਲਣ ਲਈ ਉਹਨੂੰ ਕੀ ਚਾਹੀਦਾ? ਇੱਕ ਜ਼ੁਬਾਨ ਚਾਹੀਦੀ ਹੈ, ਉਹਨੂੰ ਇੱਕ ਜੀਭ ਚਾਹੀਦੀ ਹੈ ਝੂਠ ਬੋਲਣ ਲਈ। ਜਿਹੜੀ ਗੰਦੀ ਖਾਹਿਸ਼ ਦੀ ਬਦਰੂ ਹੈ ਉਹ ਕਹੇਗੀ ਕਿ ਮੈਂ ਜਿਹੜਾ ਨਾ ਕਿਸੇ ਗੰਦੀ ਅੱਖ ਨਾਲ ਦੇਖਾਂ, ਉਹਨੂੰ ਦੇਖਣ ਲਈ ਕਿਸੇ ਇਨਸਾਨ ਦੀ ਅੱਖ ਚਾਹੀਦੀ ਹੈ। ਜਿਹੜੀ ਨਸ਼ੇ ਦੀ ਰੂਹ ਹੈ ਉਹ ਕਹੇਗੀ ਕਿ ਮੈਂ ਜਿਹੜਾ ਨਸ਼ਾ ਕਰਾਂ ਚੀਜ਼ ਦਾ, ਲੇਕਿਨ ਉਹਨੂੰ ਨਸ਼ੇ ਦੇ ਲਈ, ਕੋਈ ਵੀ ਨਸ਼ਾ ਹੈ ਉਹਦੇ ਲਈ ਇੱਕ ਬਦਨ ਚਾਹੀਦਾ ਹੈ। ਜਿਹੜੀ ਗੁੱਸਾ ਕਰਨ ਵਾਲੀ, ਮਾਰਪੀਟ ਕਰਨ ਵਾਲੀ, ਝਗੜੇ ਦੀ ਰੂਹ ਹੈ, ਉਹਨੂੰ ਕੀ ਚਾਹੀਦਾ ਹੈ? ਉਹਨੂੰ ਇੱਕ ਐਸਾ ਬੰਦਾ ਚਾਹੀਦਾ ਹੈ ਜਿਹੜਾ ਸਰੀਰ ਰੈਡੀ ਹੈ। ਬਾਈਬਲ 'ਚ ਲਿਖਿਆ ਕਿ ਜਦੋਂ ਉਹ ਦੇਖਦੀ ਹੈ ਕਿ ਇਹ ਰੈਡੀ ਹੈ ਕੰਮ, ਉਹਦੇ 'ਚ ਆ ਜਾਂਦੀ ਹੈ। ਸ਼ੁਰੂ ਕਿੱਥੋਂ ਹੁੰਦਾ ਹੈ? ਸ਼ੁਰੂ ਜਿਹੜਾ ਸਾਡਾ ਛੋਟੀ ਪ੍ਰੋਬਲਮਸ ਤੋਂ ਹੁੰਦਾ ਹੈ, ਆਦਤਾਂ ਪੈਣ ਲੱਗ ਪੈਂਦੀਆਂ ਨੇ, ਫਿਰ ਇੱਕ ਟਾਈਮ ਆਉਂਦਾ ਹੈ ਕਿ ਉਹ ਜਗ੍ਹਾ ਜਿਹੜੀ ਹੈ ਉੱਥੇ ਬਣ ਜਾਂਦੀ ਹੈ। ਨੂਹ ਨੇ ਜਦੋਂ ਦੋ ਜਾਨਵਰ ਛੱਡੇ ਸਨ, ਇੱਕ ਨਾਪਾਕ ਪਰਿੰਦਾ ਸੀ ਔਰ ਇੱਕ ਪਾਕ ਪਰਿੰਦਾ ਸੀ। ਜਿਹੜਾ ਪਾਕ ਪਰਿੰਦਾ ਸੀ ਡੱਬ, ਉਹ ਹੋਲੀ ਸਪਿਰਿਟ ਨੂੰ ਜ਼ਾਹਿਰ ਕਰਦਾ, ਔਰ ਜਿਹੜਾ ਨਾਪਾਕ ਪਰਿੰਦਾ ਸੀ ਉਹ ਜਿਹੜਾ ਡੀਮਨਸ ਨੂੰ ਜ਼ਾਹਿਰ ਕਰਦਾ। ਔਰ ਲਿਖਿਆ ਕਿ ਉਹਨੇ ਪਹਿਲੇ ਕਿਹੜਾ ਪਰਿੰਦਾ ਛੱਡਿਆ ਸੀ? ਉਹਨੇ ਕਾਂ ਛੱਡਿਆ ਸੀ, ਹੈਨਾ। ਔਰ ਕਾਂ ਵਾਪਸ ਨਹੀਂ ਆਇਆ ਕਿਉਂਕਿ ਉਹ ਮੁਰਦਿਆਂ ਨੂੰ ਖਾਂਦਾ ਹੈ, ਉਹ ਮੁਰਦਾ ਬਦਨ ਉੱਤੇ ਜਾਂਦਾ ਹੈ। ਉਹਨੂੰ ਉੱਥੇ ਪੈਰ ਜਮਾਉਣ ਲਈ ਬੜੀਆਂ ਜਗ੍ਹਾ ਮਿਲੀਆਂ ਕਿਉਂਕਿ ਲਾਸ਼ਾਂ ਜਿਹੜੀਆਂ ਉੱਥੇ ਤੈਰਦੀਆਂ ਸਨ। ਮੌਤ ਜਿਹੜੀ ਸੀ, ਲੇਕਿਨ ਉਹਨੂੰ ਵਾਪਸ ਆਉਣ ਦੀ ਲੋੜ ਹੀ ਨਹੀਂ ਪਈ ਕਿਉਂਕਿ ਉਹ ਸੜੇ ਜਿਸਮਾਂ ਨੂੰ ਖਾਣ ਲੱਗ ਪਿਆ ਸੀ। ਲੇਕਿਨ ਬਾਈਬਲ ਕਹਿੰਦੀ ਕਿ ਜਦੋਂ ਡੱਬ ਨੂੰ ਭੇਜਿਆ, ਉਹ ਪਹਿਲੀ ਦਫਾ ਗਈ, ਵਾਪਸ ਆ ਗਈ। ਉਹਨੂੰ ਜਿਹੜਾ ਉੱਥੇ ਮੌਤ ਨਜ਼ਰ ਆਈ ਹੈ, ਉਹਨੂੰ ਜਿਹੜਾ ਉੱਥੇ ਮੁਰਦੇ ਨਜ਼ਰ ਆਏ, ਉਹ ਵਾਪਸ ਆ ਗਈ। ਦੂਸਰੀ ਦਫਾ ਭੇਜਿਆ, ਉਹ ਫਿਰ ਗਈ ਹੈ, ਲੇਕਿਨ ਫਿਰ ਵਾਪਸ ਆਈ। ਲੇਕਿਨ ਸੈਕਿੰਡ ਟਾਈਮ ਉਹਦੇ ਵਿੱਚ ਕੀ ਸੀ?
ਉਹਦੇ ਚੁੰਝ ਦੇ ਵਿੱਚ ਔਲਿਵ ਦੀ ਇੱਕ ਪੱਤੀ ਸੀ। ਤੀਸਰੀ ਦਫਾ ਕਹੀ ਬਾਈਬਲ ਕਹਿੰਦੀ ਵਾਪਸ ਨਹੀਂ ਆਈ। ਤੁਸੀਂ ਦੇਖੋ ਕਿ ਪਵਿੱਤਰ ਆਤਮਾ ਸ਼ਰੀਅਤ ਤੋਂ ਪਹਿਲੇ ਦੇ ਦੌਰ ਦੇ ਵਿੱਚ ਕੰਮ ਹੀ ਨਹੀਂ ਕਰ ਰਿਹਾ ਸਾਨੂੰ ਨਜ਼ਰ ਆਉਂਦਾ। ਉੱਥੇ ਲੋਕਾਂ ਦੇ ਵਿੱਚ ਇੱਕ ਮੌਤ ਰਾਜ ਕਰਦੀ ਸੀ। ਫਿਰ ਦੂਸਰੀ ਦਫਾ ਪਵਿੱਤਰ ਆਤਮਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸ਼ਰੀਅਤ ਦਾ ਦੌਰ ਹੈ। ਸ਼ਰੀਅਤ ਜਿਹੜਾ ਔਲਿਵ ਟਰੀ ਜਿਹੜਾ ਹੈ ਉਹ ਕਵਰਨੈਂਟ ਨੂੰ ਔਰ ਇਜ਼ਰਾਈਲ ਨੂੰ ਜ਼ਾਹਿਰ ਕਰਦਾ। देखो कि सेकंड टाइम पवित्र आत्मा काम किया है और कवनेंट के थ्रू किया है, लेकिन परमानेंट जेड़ा सी पवित्र आत्मा का काम नहीं सीगा। नबियां दे उत्ते पवित्र आत्मा आंदा सी लेकिन मसा किया जांदा सी, मसा बढ़दा घटदा सी। एलिया ते एलीशा दा मसा दे विच फर्क सी। पवित्र आत्मा नबियां दे उत्ते काम जरूर करदा सी लेकिन नबी दे अंदर ठहर नहीं सी सकदा क्योंकि गुनाह दा इलाज नहीं सी होया। और तीसरी दफा पवित्र आत्मा का जो नज़ूल होया, हालेलुया, आत्मा नाज़िल होया, आत्मा आया तो फिर लिखा कि फिर वापस नहीं गया क्योंकि पवित्र आत्मा जो है दुनिया के मान के हालेलुया दो जो एक कमरे दे विच बैठ के दुआवां करदे सन, बैठ के और दुआवां करदे अचानक उन्होंने देखा कि अग दे शोलियां दी ज़बानां उन्हां ते आ के ठहर गईं। हालेलुया, जेड़ा सी कह रहे कि अभिषेक उन्हां ते आ गया, मसा आ गया, अग दे शोलियां दी ज़बानां आ गईं और उन्हां दे ते नबूवत के मुताबिक लिखे कि मैं हर फर्द बशर पर अपनी रूह को नाजिल करूंगा। वो देन दा मकसद की सी कि मौत दा खात्मा हो जाए, बदन दा खात्मा हो जाए, वो सारी चीज़ां जेड़ियां ने मुक जाण साडे तो बाइबल कहती है कि कुछ बीज जेड़ा पाया वो राह के किनारे भी दिखा और उन्होंने कौन आके चुक के लै गए? पंछी चुक के लै गए। वो पंछी कौन ने? वो पंछी ओही ने जेड़े नूह ने पहला पंछी चढ़िया सी। गंदी बदरूआं, वो बदरूआं जेड़ियां ने आंदियां ने, शैतान आंदा है और चुक के लै जांदा है। शैतान की चाहता है ओदे दो मेन डीमन ते शैतान दे दो मेन जेड़े ने मकसद ने, दो उन्हां दी टास्क उन्हां नूं दित्ते ने। पहला टास्क है कि तुहाडे जो कोई भी कलाम ना सुने। वो पूरी कोशिश करेंगे कि तुसीं चर्च ना जाओ। वो जो चर्च का टाइम होता बच्चे लड़न लग पैंदे ने, वो एक दूसरे ने गालो गाली होते, माँ प्यो कुटन लग पैंदा बच्चा, छितरो छितरी गल, मियाँ बीवी दी आपस लड़ाई होंदी, मेहमान आए जाते, कभी कोई हो गया, कभी कुछ हो गया, कभी कुछ हो गया, रस्ते च एक्सीडेंट हो गया, गड्डी बंद हो गई। ऐ सारी प्रॉब्लम तुसीं देखोगे जिद्दों तुसीं खुदा दे काम नहीं निकलोगे उस तो पहले ही होना शुरू होणगीਆਂ। क्यों? क्योंकि वो चाहता है कि तुसीं उत्थे पहुंचो ही ना, सुनो ही ना। फिर की होता है कि दूजा जेड़ा उन्हां दा जेड़ा सेकंड एक्शन है कि अगर कोई बंदा मजबूत है कहता कि नहीं जो मर्जी हो जाए मैं तो जाना ही जाना है क्योंकि मैंने खुदा ने ब्लेस किया मैं जाना है, वो पहुंच जाएगा। दूसरा काम की करेंगे कि वो डिस्टर्बेंस क्रिएट कर देंगे। वो चाहण के कि तुसीं कलाम जेड़ा सुनिया उन्हें चुक के लै जाओ, चोरी कर लैण, तानू याद ही ना रहे। चर्च दे विच सब तो ज्यादा लोग सुत्ते होंदे, तानू पता है। कुछ तो वैसे ही कराटे मारते हैं तो कुछ जेड़े ने वो अंदरों सुत्ते होंदे ने। एक कंत सुनिया पुछो भाई साहब पुछते ने कहते जी की वचन सुनाया सी लास्ट टाइम, कहते भाई साहब मेरे तो याद ही नहीं। इंज होंदा है क्योंकि जेड़ा ना इबलीसी गोतां जेड़ियां ने लांती बदरूआं चाहदियां ने कि तानू वचन आए ना। और बाइबल क्यों है कहती है कि मेरे लोग अदम मार्फत की वजह से हलाक हो गए, विदाउट लैक ऑफ नॉलेज, विदाउट दैट बिब्लिकल नॉलेज माय पीपल पेरिश, खत्म हो जाते हैं। ਤੇ ਇਹ ਚੀਜ਼ ਜਿਹੜੀ ਮੈਂ ਤੁਹਾਨੂੰ ਬਾਰ-ਬਾਰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਬਦਨ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਦੇ ਵਿੱਚ ਕਮਜ਼ੋਰ ਹੈ, ਸਰੀਰ ਕਮਜ਼ੋਰ ਹੈ, ਆਤਮਾ ਤਿਆਰ ਹੈ। ਹਾਲੇਲੂਇਆ, ਹਾਲੇਲੂਇਆ। ਉਹਦੇ ਇਲਾਜ ਲਈ ਖੁਦਾ ਨੇ ਸਾਨੂੰ ਇੱਕ ਚੀਜ਼ ਦਿੱਤੀ ਹੈ, ਉਹਨੂੰ ਕਹਿੰਦੇ ਨੇ ਪਵਿੱਤਰ ਆਤਮਾ। ਹਾਲੇਲੂਇਆ, ਹਾਲੇਲੂਇਆ। ਕਿ ਮੈਂ ਜਾਊਂਗਾ अल्लाह का तुम्हारे लिए मददगार भेजूंगा, मददगार रूल कुदस जो तुम्हारा मददगार है, साडा वो हेल्पर है और सानू चीज़ां सिखांदा है, सानू दुआ करना सिखांदा है। हालेलुया। लिखा कि रूत में खुद आहें भर भर के दुआ करना। हमें नहीं पता हमें दुआ कैसे करनी है, लेकिन रूह सानू सिखाएगा। हालेलुया। सानू नहीं पता कि सानू प्यार नहीं करना है, लेकिन रूह का फल जेड़ा है वो प्यार है, मोहब्बत। सानू नहीं पता कि असीं खुश कैसे होना है, लेकिन रूह सानू खुशी देगा। और अगर कोई ऐसे दिल विच गम दुख परेशानी लेके बैठा है, उन्होंने कहो कि सानू जेड़ा खुदावंद दे रूह दी खुशी असीं मंगदे। क्योंकि की होया सी कि डूंघिया चीज़ां दे ते हनेरा सी, बिगड़ी सी जमीन, धरती जेड़ी सी बेडोल सी, हनेरा सी। ओदी जगह ते खुदा ने हनेरे दी जगह ते की लेके आया? रोशनी लेके आया, चानन लेके आया। ठीक है। अगर कोई दिल च गुस्सा, नफरत, ना माफी, एक दूसरे लिए ਜਿਹੜਾ ਹੈ ਨਾ ਉਹ ਤੰਗ ਹੋ ਕੇ ਬੈਠਾ ਹੈ, ਰੰਜਿਸ਼ ਹੈਗੀ ਦਿਲ ਦੇ ਵਿੱਚ, ਉਹਦੇ ਲਈ ਖੁਦਾਵੰਦ ਦਾ ਰੂਹ ਸਾਨੂੰ ਦਿੰਦਾ ਹੈ ਮੁਹੱਬਤ।
ਹਾਲੇਲੂਇਆ। ਅਗਰ ਸਾਨੂੰ ਲਵ ਕਰਨਾ ਨਹੀਂ ਆਂਦਾ, ਖੁਦਾ ਦਾ ਰੂਹ ਸਾਨੂੰ ਦੇਗਾ, ਕਿਉਂਕਿ ਗੁੱਸਾ ਜਿਹੜਾ ਉਹ ਬਦਨ ਦਾ ਕੰਮ ਹੈ, ਲੇਕਿਨ ਲਵ ਜਿਹੜਾ ਦਿਲ ਦੇ ਵਿੱਚੋਂ ਨਿਕਲਦਾ। ਹਾਲੇਲੂਇਆ। ਉਹਦਾ ਬਾਡੀ ਨਾਲ ਕੋਈ ਤਾਲੁਕ ਨਹੀਂ, ਉਹਦਾ ਰੂਹ ਨਾਲ ਤਾਲੁਕ ਹੈ, ਕਿਉਂਕਿ ਖੁਦਾ ਮੁਹੱਬਤ ਹੈ। ਹਾਲੇਲੂਇਆ। ਬਾਈਬਲ ਕਹਿੰਦੀ ਖੁਦਾ ਮੁਹੱਬਤ ਹੈ, ਔਰ ਉਹਦੀ ਮੁਹੱਬਤ ਦੇ ਵਿੱਚ ਸਾਨੂੰ ਮੁਹੱਬਤ ਕਰਨਾ ਆ ਜਾਂਦਾ ਹੈ। ਖੁਸ਼ੀ ਜਿਹੜੀ ਹੈ ਉਹ ਤੁਹਾਨੂੰ ਇਹ ਨਹੀਂ ਕਿ ਮੈਨੂੰ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਖੁਸ਼ੀ ਕਿੱਥੇ ਹੁੰਦੀ ਹੈ? ਅੰਦਰ ਹੁੰਦੀ ਹੈ। ਹਾਲੇਲੂਇਆ। ਖੁਸ਼ੀ ਆਤਮਿਕ ਹੈ। ਹਾਲੇਲੂਇਆ। ਰੂਹ ਦਾ ਫਲ ਹੈ ਨਾ। ਤੁਹਾਨੂੰ ਇਹ ਨਹੀਂ ਕਿ ਅੱਜ ਮੇਰੇ ਹੱਥ ਦੇ ਵਿੱਚ ਬੜੀ ਖੁਸ਼ੀ ਆਈ, ਮੈਨੂੰ ਸਮਝ ਆ ਰਹੀ, ਅੱਜ ਮੇਰੇ ਪੈਰ ਦੇ ਵਿੱਚ ਮੈਨੂੰ ਬੜੀ ਖੁਸ਼ੀ ਫੀਲ ਹੋਈ। ਮੈਂ ਉੱਥੇ ਗਿਆ, ਮੇਰੇ ਦੋਵੇਂ ਪੈਰਾਂ ਦੇ ਵਿੱਚ ਖੁਸ਼ੀ ਭਰੀ ਸੀ, ਲੇਕਿਨ ਗੋਡਾ ਜਿਹੜਾ ਸੀ ਉਹ ਥੋੜਾ ਜਿਹਾ ਪਰੇਸ਼ਾਨ, ਮੇਰੇ ਮੋਢਿਆਂ ਦੇ ਬਹੁਤ ਜ਼ਿਆਦਾ ਜਿਹੜਾ ਸੀ ਉਹ ਗੁੱਸਾ ਸੀ। ਇੰਜ ਨਹੀਂ ਹੁੰਦਾ, ਇਹ ਫੀਲਿੰਗ ਸੀ। ਕਦੀ ਇਹ ਸੁਣਿਆ ਕਿ ਮੇਰੇ ਇੱਕ ਲੱਤ ਦੇ ਵਿੱਚ ਬੜੀ ਖੁਸ਼ੀ ਹੈ, ਬੋਡੀ ਦਾ ਕੋਈ ਤਾਲੁਕ ਨਹੀਂ, क्योंकि बाइबल लिखे कि रूह का फल। हालेलुया। रूह का फल, खुशी अंदरों निकलती। हालेलुया। वो चेहरे ते नजर आ रहा, बंदा अंदर बड़े ते कहते यार च बड़ा खुश लग रहे तुसी ना, इसलिए कि कोदा एक आधा जन हो जाता है, क्या क्यों रहे हैं तुसी बड़े खुश लग रहे हो, साडा हाथ बड़ा खिलदा है। नहीं, वो बंदे दे अंदर जेड़ा है वो बाहर नजर आ जाता है। हालेलुया। खुशी डुलदी है। लिखे कि इत्मीनान, तहम्मुल, मेहरबानी, नेकी, ईमानदारी, हलीम हो जाना, परहेजगारी। बाइबल च लिखिਆ ਕਿ ਇਹ ਰੂਹ ਦਾ ਫਲ ਹੈ, ਰੂਹ ਦੀ ਨਿਮਤ ਹੈ, ਔਰ ਜਦੋਂ ਅਸੀਂ ਇਹਨੂੰ ਅਲਾਉ ਕਰਾਂਗੇ ਤੇ ਫਿਰ ਸਾਡੀ ਬਾਡੀ ਜਿਹੜੀ ਨਾ ਪਿੱਛੇ ਦੇਖੇ, ਅੰਦਰ ਖੁਸ਼ੀ ਭਰੀ ਹੈ ਨਾ, ਤੇ ਗੁੱਸਾ ਨਹੀਂ ਕਰੇਗਾ, ਫਿਰ ਗਾਲਾਂ ਕੱਢਣ ਦਾ ਦਿਲ ਨਹੀਂ ਹੋਏਗਾ, ਫਿਰ ਤੁਹਾਡੀ ਜ਼ੁਬਾਨ ਜਿਹੜੀ ਹੈ ਉਹ ਤੁਹਾਡੀ ਰੂਹ ਦੇ ਕੰਟਰੋਲ ਚ ਰਹੇਗੀ। ਹਾਲੇਲੂਇਆ। ਜਿਹੜਾ ਬੰਦਾ ਖੁਸ਼ ਹੁੰਦਾ ਨਾ, ਉਹਨੂੰ ਕੋਈ ਗਾਲ ਵੀ ਕੱਢੇਗਾ ਤਾਂ ਜਾ ਨੂੰ ਇੰਜੋਏ ਕਰੋ। ਅਸੀਂ ਤਾਂ ਇਸ ਟਾਈਮ ਬੜੇ ਖੁਸ਼ ਹਾਂ। ਬਾਈਬਲ ਕੀ ਕਹਿੰਦੀ ਹੈ ਕਿ ਜ਼ਕਈ ਜਿਹੜਾ ਸੀ ਉਹ ਇੰਨਾ ਖੁਸ਼ ਹੋ ਗਿਆ, ਹਾਲੇ ਯਿਸੂ ਦੇ ਘਰ ਆਇਆ। ਹਾਲੇਲੂਇਆ। ਭੱਜਿਆ, ਉਹਨੂੰ ਕਿਹੜੀ ਚੀਜ਼ ਦਾ ਪਿਆਰ ਸੀ ਜ਼ਕਈ ਨੂੰ? ਪੈਸਾ ਬੜਾ ਲੱਗਦਾ, ਟੈਕਸ ਕਲੈਕਟ ਕਰਦਾ। ਉਹ ਜ਼ਕਈ ਜਿਹੜਾ ਹੈ ਨਾ, ਉਹ ਹਰ ਪਾਦਰੀ ਦੇ ਨਾਲ ਹੋਣਾ ਚਾਹੀਦਾ, ਕਿਉਂਕਿ ਹਰ ਇੱਕ ਜੇਬ ਤੋਂ ਪੈਸੇ ਕਢਾ ਲੈਂਦਾ ਸੀ। ਲੇਕਿਨ ਗੱਲ ਐ ਸੀ ਕਿ ਲੋਕੀ ਉਹਨੂੰ ਬੜਾ ਪੈੜਾ ਸਮਝਦੇ ਸੀ, ਕਿਉਂਕਿ ਉਹ ਚੰਡਾ ਚੁੰਡਾ ਮਾਰ ਕੇ ਵੀ ਪੈਸੇ ਕਢਾ ਲੈਂਦਾ ਸੀ। ਠੀਕ ਹੈ ਨਾ। ਉਹ ਜਿਹੜਾ ਸੀ ਗ੍ਰਾਹੀਆਂ ਕਰਦਾ ਸੀ, ਲੋਕੀ ਉਹਦੇ ਤੋਂ ਬੜੇ ਤੰਗ ਸਨ। ਬਾਈਬਲ ਕਹਿੰਦੀ ਹੈ ਯਿਸੂ ਜਦੋਂ ਆਇਆ, ਹਾਲੇਲੂਇਆ, ਭੱਜਿਆ, ਫਿਰ ਕਿਹੜੇ ਪਾਸੇ? ਉਹਨੇ ਦੁਬਾਰਾ ਦੇ ਵਿੱਚ ਤਿਜੋਰੀਆਂ ਬਣਾਈਆਂ ਸਨ। ਹਾਲੇਲੂਇਆ। ਔਰ ਉਹਨੇ ਜਾ ਕੇ ਪਹਿਲੇ ਤੇ ਖੋਲੀ ਕੁੰਡੀ ਔਰ ਤਾਲਾ ਖੋਲਿਆ, ਉਹਨੇ ਤਿਜੋਰੀ ਦਾ ਮੂੰਹ ਖੋਲ੍ਹਿਆ। ਹਾਲੇਲੂਇਆ। ਥੱਬੇ ਬੜੇ ਨੇ ਨੋਟਾਂ ਦੇ ਨੇ ਬਾਹਰ ਜਾ ਕੇ ਸੁੱਟੇ। ਉਹਨੇ ਕਿਹਾ ਇਹ ਲੋ ਪੈਸੇ ਵਾਪਸ, ਜਿਹਦੇ 1 ਰੁਪਿਆ ਮੈਂ ਲਿਆ ਸੀ ਮੈਨੂੰ 4 ਰੁਪਏ ਦੇਣਾ। ਹਾਲੇਲੂਇਆ। ਕਿਉਂਕਿ ਉਹਦੀ ਬਦਨ ਦੀ ਉਹ ਖਾਹਿਸ਼ ਜਿਹੜੀ ਸੀ, ਲਾਲਚ ਜਿਹੜਾ ਸੀ ਉਹਦੇ ਅੰਦਰੋਂ ਨਿਕਲ ਗਿਆ, ਖਤਮ ਹੋ ਗਿਆ ਸੀ। ਉਹਦੇ ਅੰਦਰ ਲਾਲਚ, ਗੁਨਾਹ ਉਹਦੇ ਅੰਦਰੋਂ ਨਿਕਲ ਗਿਆ ਸੀ, ਕਿਉਂਕਿ ਉਹਨੂੰ ਆਤਮਾ ਨੇ, ਯਿਸੂ ਦੀ ਹਜ਼ੂਰੀ ਨੇ, ਯਿਸੂ ਦੇ ਅਭਿਸ਼ੇਕ ਨੇ, ਯਿਸੂ ਦੇ ਮਸੇ ਨੇ ਉਹਦੇ ਤੇ ਟੇਕ ਓਵਰ ਕਰ ਲਿਆ ਸੀ। ਹਾਲੇਲੂਇਆ। ਹਾਲੇਲੂਇਆ। ਸਾਨੂੰ ਕੀ ਚਾਹੀਦਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਬਲੀਸ ਦੇ ਖਿਲਾਫ ਅਸੀਂ ਕੰਮ ਕਰੀਏ ਔਰ ਅਸੀਂ ਫਤਹ ਪਾਈਏ। ਮੈਂ ਤੁਹਾਨੂੰ ਮੈਂ ਰੋਮੀਆਂ ਦੇ ਵਿੱਚ ਲੈ ਕੇ ਜਾਣਾ, ਖੁਦਾ ਮੈਨੂੰ ਕਹਿ ਰਿਹਾ ਕਿ ਮੈਂ ਤੁਹਾਡੇ ਸਾਹਮਣੇ ਰੱਖਾਂ। ਰੋਮੀਆਂ ਦੇ ਵਿੱਚ ਜਾਓ, ਰੋਮੀਆਂ ਦੇ ਵਿੱਚ ਜਾਈਏ, ਉਹਦੇ ਚੈਪਟਰ 8 ਤੇ ਵਰਸ ਜਿਹੜੀ ਹੈ 37 ਪੜ੍ਹੀਏ। ਪੰਜਾਬੀ ਚ ਪੜ੍ਹਾਂਗੇ। ਇਹਨਾਂ ਸਭਨਾ ਗੱਲਾਂ ਵਿੱਚ ਉਹਦੇ ਦੁਆਰਾ, ਹਾਲੇਲੂਇਆ, ਕਿਹਦੇ ਦੁਆਰਾ? ਯਿਸੂ ਦੇ ਦੁਆਰਾ, ਬਾਪ ਬੇਟੇ ਰੂਹ ਕੁਦਰਤ ਦੇ ਦੁਆਰਾ। ਹਾਲੇਲੂਇਆ। ਜੇ ਨੇ ਸਾਡੇ ਨਾਲ ਪ੍ਰੇਮ ਕੀਤਾ ਸੀ, ਅਸੀਂ ਹੱਦੋਂ ਵੱਧ ਫਤਹ ਪਾਉਂਦੇ ਹਾਂ। ਹੱਦੋਂ ਵੱਧ ਫਤਹ ਪਾਣੇ। ਹਾਲੇਲੂਇਆ। ਫਤਹ ਨਹੀਂ, हदों वध फतह। हालेलुया। फतह से भी बढ़कर गलबा। हालेलुया। हमें सिर्फ फतह नहीं चाहिए, तानु सिर्फ फतह नहीं चाहिए, तानु हदों वध फतह चाहिए। तानु पता साडा बाप इब्राहिम जी दी विरासत सी है, बाइबल लिखिया कि उन्होंने एक ब्लेसिंग सी कि तू दुश्मनों के फाटक पर गालिब आएगा। हालेलुया। उन्होंने खुदा ने कहा सी कि तू दुश्मनां दे फाटकां दे ते, ऐ नहीं कि ਅਸੀਂ ਆਪਣੀ ਬਾਉਂਡਰੀ ਦੇ ਵਿੱਚ ਬੜੇ ਸਿਕਿਉਰ ਆ, ਸਾਨੂੰ ਬੜਾ ਮਜ਼ਾ ਆ ਰਿਹਾ। ਨਹੀਂ, ਉਹਨੇ ਕਿਹਾ ਤੂੰ ਦੁਸ਼ਮਣ ਦੇ ਫਾਟਕ ਤੇ ਵੀ ਕਬਜ਼ਾ ਕਰ ਲੈ, ਤੂੰ ਜਾ ਕੇ ਦੁਸ਼ਮਣ ਦੇ ਘਰ ਤੇ ਕਬਜ਼ਾ ਕਰ ਲੈ। ਹਾਲੇਲੂਇਆ। ਔਰ ਸਾਡਾ ਬਦਨ ਦੁਸ਼ਮਣ ਦਾ ਘਰ ਨਹੀਂ ਹੈਗਾ, इसलिए उन्हें पौल ने कहा ना कि तुम्हारा जिस्म, तुम्हारा बदन जो है वो रूह कुदस की हैकल है। क्या तुम नहीं जानते कि तुम्हारा जिस्म जो है वो पाक रूह का मस्कन है, पाक रूह का मस्कन है। हालेलुया। वो इसलिए क्योंकि रूह जेड़ा है वो कल मैनू सवाल भी एक भाई ने कीता, कहंदे जी तुसीं ते कहंदे हो कि जी रूह जेड़ी है साडी रूह च रहिंदी है, ते उत्थे लिखे कि योर बॉडी इज टेंपल ऑफ गॉड, है ना, साडी बॉडी जेड़ी साडा शरीर जेड़ा है वो मंदिर है। ऐ की चक्कर है? मैं उन्हें फिर समझाया, मैं कि देखो तुहाडा बादशाह जेड़ा वो किथे रहंदा है? कहंदे जी वो कैपिटल च रहंदा है। ते मैं कि वो हर घर च ते नहीं रहंदा ना, तुहाडे पूरे कंट्री ते नहीं रहंदा,
ਉਹ ਇੱਕ ਪਾਸੇ ਤੇ ਬੈਠਾ ਹੈ ਔਰ ਕੰਟਰੋਲ ਕਰਦਾ ਹੈ। ਹਾਲੇਲੂਇਆ। ਬਾਖਰੂ ਜਿਹੜਾ ਸਾਡੀ ਆਤਮਾ ਦੇ ਵਿੱਚ ਬੈਠਾ ਹੈ ਲੇਕਿਨ ਕੰਟਰੋਲ ਕਰਦਾ ਹੈ। ਲੇਕਿਨ ਕੀ ਹੈਗਾ ਕਿ ਅਸੀਂ ਬਾਈ ਨੇਚਰ ਜਿਹੜੇ ਨਾ ਅਸੀਂ ਬਹੁਤ ਹੀ ਜ਼ਿਆਦਾ ਸਰਕਸ਼ ਹੈਗੇ। ਬਾਈਬਲ ਕਹਿੰਦੀ ਦਿਲ ਹੀਲਾਬਾਜ਼ ਔਰ ਲਾ ਇਲਾਜ ਹੈ। ਬਾਈ ਨੇਚਰ ਅਸੀਂ ਰਿਬੈਲੀਅਸ ਹੈਗੇ ਕਿਉਂਕਿ ਉਹ ਰਿਬੈਲੀਅਨ ਜਿਹੜੀ ਹੈ ਉਹ ਸਾਡੇ ਅੰਦਰ ਬੜੀ ਹੈ ਕਿਉਂਕਿ ਸਾਡੇ ਬਾਪ ਨੇ ਆਦਮ ਨੇ ਹਵਾ ਨੇ ਸਾਡੀ ਮਾਂ ਨੇ ਰਿਬੈਲੀਅਨ ਕੀਤੀ ਸੀ, ਗਦਾਰੀ ਕੀਤੀ ਸੀ, ਉਹਨਾਂ ਨੇ ਬਗਾਵਤ ਕੀਤੀ ਸੀ ਖੁਦਾ ਨਾਲ। ਔਰ ਇਹ ਬਗਾਵਤ ਸਾਨੂੰ ਉਹਨਾਂ ਕੋਲ ਨਹੀਂ ਮਿਲੀ ਬਲਕਿ ਇਹ ਸਾਨੂੰ ਸ਼ੈਤਾਨ ਤੋਂ ਮਿਲੀ ਹੈ। ਸਭ ਤੋਂ ਪਹਿਲੀ ਬਗਾਵਤ ਕਿਹਨੇ ਕੀਤੀ ਸੀ? ਖੁਦਾ ਦੇ ਖਿਲਾਫ ਕਿਹਨੇ ਬਗਾਵਤ ਕੀਤੀ? ਸ਼ੈਤਾਨ ਨੇ ਕੀਤੀ। ਔਰ ਬਗਾਵਤ ਜਿਹੜੀ ਰਿਬੈਲੀਅਨ ਜਿਹੜੀ ਹੈ ਉਹਦਾ ਜਿਹੜਾ ਰਿਜ਼ਲਟ ਹੈ ਉਹ ਹੋਮਲੈਸਨੈਸ ਹੈ। ਤੁਹਾਨੂੰ ਪਤਾ ਹੈ ਕਿ ਜਿਹਦੇ ਅੰਦਰ ਵੀ ਬਗਾਵਤ ਹੋਏਗੀ। ਔਰ ਬੱਚੇ ਕਿਉਂ ਬਾਗੀ? ਤੁਹਾਨੂੰ ਪਤਾ ਹੈ ਕਿ ਬੱਚੇ ਬਾਈ ਨੇਚਰ ਬਾਗੀ ਹੁੰਦੇ ਨੇ। ਤੁਹਾਨੂੰ ਬੱਚੇ ਨੂੰ ਕਹਿਣਾ ਪੈਂਦਾ ਕਿ ਇਹ ਨਾ ਕਰ। ਇਹ ਨਹੀਂ ਹੁੰਦਾ ਕਿ ਬੱਚਾ ਆਪਣੇ ਆਪ ਅੱਛੀ ਚੀਜ਼ਾਂ ਕਰੇਗਾ। ਬੱਚਾ ਹਮੇਸ਼ਾ ਪਹਿਲੇ ਭੈੜੀ ਚੀਜ਼ ਹੀ ਕਰੇਗਾ। ਸਾਨੂੰ ਕੋਈ ਕਿਸੇ ਜਾਈਏ ਸਾਨੂੰ ਭੈੜੀਆਂ ਚੀਜ਼ਾਂ ਪਹਿਲੇ ਸਮਝ ਆਉਂਦੀਆਂ, ਸਾਨੂੰ ਬੁਰੇ ਕੰਮ ਪਹਿਲੇ ਈਜ਼ੀ